ਹਾਲੇਲੂਇਆ। ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਉਸ ਪਰਮੇਸ਼ਰ ਦਾ ਧੰਨਵਾਦ ਕਰਦਾ ਜੋ ਪਰਮੇਸ਼ਰ ਨੇ ਸਾਨੂੰ ਸੁੰਦਰ ਸਮਾਂ ਦਿੱਤਾ ਤੇ ਹੁਣ ਤੱਕ ਸੰਭਾਲ ਕੇ ਰੱਖਿਆ, ਜੀਵਤ ਰੱਖਿਆ। ਸਾਰੀਆਂ ਗੱਲਾਂ ਲਈ ਮੈਂ ਉਸ ਪਰਮੇਸ਼ਰ ਦਾ ਕੋਟੀ ਕੋਟੀ ਧੰਨਵਾਦ ਕਰਦਾ। ਨਾਲ ਦੀ ਨਾਲ ਜੋ ਵੀ ਤੁਸੀਂ ਅੱਜ ਇਸ ਪਰਮੇਸ਼ਰ ਦੇ ਵਚਨ ਨੂੰ ਸੁਣ ਰਹੇ ਹੋ, ਮੈਂ ਉਹਦੇ ਲਈ ਵੀ ਖੁਦਾ ਦਾ ਧੰਨਵਾਦ ਕਰਦਾ। ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਣਾ ਵਾ ਕਿ ਜੋ ਸਾਡੀ ਮਸੀਹ ਜ਼ਿੰਦਗੀ ਆ, ਮਸੀਹ ਜ਼ਿੰਦਗੀ ਨੂੰ ਸਾਨੂੰ ਮਸੀਹ ਜੀਵਨ ਕਿਸ ਤਰ੍ਹਾਂ ਜੀਣਾ ਚਾਹੀਦਾ, ਸਾਨੂੰ ਪਤਾ ਹੋਣਾ ਚਾਹੀਦਾ। ਇਹ ਇੱਕ ਨਾ ਖਤਮ ਹੋਣ ਵਾਲਾ ਉਪਦੇਸ਼ ਆ। ਇਹ ਜਿੰਨਾ ਟਾਈਮ ਅਸੀਂ ਧਰਤੀ ਦੇ ਉੱਤੇ ਆ, ਜਿੰਨਾ ਟਾਈਮ ਅਸੀਂ ਇੱਕ ਵਿਸ਼ਵਾਸੀ ਆ, ਇਹ ਉਨਾ ਟਾਈਮ ਸਾਡੇ ਜੀਵਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ। ਇਹਦੇ ਵਿੱਚ ਸਾਨੂੰ ਮਸੀਹ ਜੀਵਨ ਦੇ ਬਾਰੇ ਕੁਝ ਨਿਰਦੇਸ਼ ਦਿੱਤੇ ਗਏ ਆ। ਉਹ ਨਿਰਦੇਸ਼ਾਂ ਨੂੰ ਅਸੀਂ ਪੂਰਾ ਕਰਨਾ ਵਾ। ਕਦੋਂ ਤੱਕ ਪੂਰਾ ਕਰਨਾ? ਜਦੋਂ ਤੱਕ ਪ੍ਰਭੂ ਯਿਸੂ ਮਸੀਹ ਨਹੀਂ ਆ ਜਾਂਦੇ। ਇਹ ਨਾ ਖਤਮ ਹੋਣ ਵਾਲਾ ਉਪਦੇਸ਼ ਆ। ਇਹ ਲਗਾਤਾਰ ਸਾਡੇ ਜੀਵਨ ਦੇ ਨਾਲ ਨਾਲ ਚੱਲਣ ਵਾਲਾ ਉਪਦੇਸ਼ ਆ। ਤੇ ਅਸੀਂ ਪੜਾਂਗੇ ਇਬਰਾਨੀਆਂ। ਮੈਂ ਚਾਹੁੰਦਾ ਜਿਨ੍ਹਾਂ ਕੋ ਬਾਈਬਲਾਂ ਉਹਨਾਂ ਨੂੰ ਖੋਲ ਕੇ ਪੜ੍ਹ ਸਕਦੇ ਆ। 13 ਅਧਿਆਏ ਦੇ ਵਿੱਚ ਅਸੀਂ ਕੁਝ ਬਚਨਾਂ ਨੂੰ ਅੱਜ ਪੜਾਂਗੇ। ਪ੍ਰਭੂ ਤੁਹਾਨੂੰ ਸਭ ਨੂੰ ਬਲੈਸ ਕਰੇਗਾ, ਪ੍ਰਭੂ ਸਭ ਨੂੰ ਆਸ਼ੀਸ਼ ਦੇਵੇਗਾ। ਪਰਮੇਸ਼ਰ ਨੇ ਵਾਅਦਾ ਕੀਤਾ, ਮੈਂ ਆਪਣਾ ਵਚਨ ਘੱਲ ਕੇ ਤੁਹਾਨੂੰ ਤੰਦਰੁਸਤੀ ਦੇਵਾਂਗਾ, ਆਪਣਾ ਵਚਨ ਘੱਲ ਕੇ ਤੁਹਾਨੂੰ ਚੰਗਿਆਈ ਦੇਵਾਂਗਾ। ਅੱਜ ਅਸੀਂ ਉਸ ਵਚਨ ਦੇ ਦੁਆਰਾ ਅੱਜ ਅਸੀਂ ਵੇਖਾਂਗੇ ਅੱਜ ਪਰਮੇਸ਼ਰ ਸਾਡੇ ਨਾਲ ਕੀ ਗੱਲਬਾਤ ਕਰਨੀ ਚਾਹੁੰਦਾ ਵਾ। ਕਿੰਨੇ ਜਾਣੇ ਪਰਮੇਸ਼ਰ ਦੀ ਆਵਾਜ਼ ਸੁਣਨਾ ਚਾਹੁੰਦੇ ਆ? ਵੈਰੀ ਗੁੱਡ। ਜੋ ਵੀ ਪਰਮੇਸ਼ਰ ਨੇ ਵਾਅਦਾ ਕੀਤਾ ਕਿ ਜਿਨ੍ਹਾਂ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕੀਤਾ। ਅਸੀਂ ਪਿਛਲੇ ਸਮਿਆਂ ਦੇ ਵਿੱਚ ਵੇਖਦੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੀ। ਅੱਜ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜਾਂਗੇ। ਇਬਰਾਨੀਆਂ 13 ਅਧਿਆਏ ਉਹਦਾ ਮੈਂ ਪਹਿਲਾ ਵਚਨ ਨੂੰ ਪੜ੍ਹ ਰਿਹਾ ਵਾਂ। ਉਹਦੇ ਵਿੱਚ ਕੀ ਲਿਖਿਆ? ਭਰਪਣ ਦਾ ਪ੍ਰੇਮ ਬਣਿਆ ਰਹੇ। ਆਓ ਅਸੀਂ ਇਸ ਵਚਨ ਨੂੰ ਪ੍ਰਭੂ ਸਾਡੀ ਸਮਝਣ ਦੇ ਵਿੱਚ ਮਦਦ ਕਰੇ। ਛੋਟੀ ਜਿਹੀ ਅਸੀਂ ਪਹਿਲਾਂ ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ, ਰਾਜਾਂ ਦੇ ਰਾਜਾ ਤੇ ਪ੍ਰਭੂਆਂ ਦੇ ਪ੍ਰਭੂ, ਡਾਕਟਰ ਵੈਦਾਂ ਦੇ ਵੈਦ, ਹਕੀਮਾਂ ਦੇ ਹਕੀਮ, ਸਾਮਰਥੀ ਪਵਿੱਤਰ ਦਇਆ ਦੇ ਸਾਗਰ ਪਿਤਾ ਪਰਮੇਸ਼ਰ, ਮੈਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ। ਖਾਸ ਕਰਕੇ ਪ੍ਰਭੂ ਅੱਜ ਦੇ ਸੰਦੇਸ਼ ਦੇ ਦੁਆਰਾ, ਅੱਜ ਦੇ ਵਚਨ ਦੇ ਦੁਆਰਾ ਪ੍ਰਭੂ ਸਾਡੇ ਨਾਲ ਗੱਲਬਾਤ ਕਰੋ। ਜੋ ਵੀ ਅੱਜ ਦਾ ਵਚਨ ਪ੍ਰਭੂ ਸੁਣੇ, ਪ੍ਰਭੂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਵਾਲਾ ਬਣ ਜਾਏ। ਪ੍ਰਭੂ ਉਹਨਾਂ ਨੂੰ ਬਲ ਔਰ ਤਾਕਤ ਦੇਣਾ। ਪਰਮੇਸ਼ਰ ਅਸੀਂ ਮਸੀਹ ਜੀਵਨ ਨੂੰ ਕਿਵੇਂ ਜੀਣਾ ਚਾਹੀਦਾ ਅੱਜ ਅਸੀਂ ਸਿੱਖਣ ਵਾਸਤੇ ਜਾ ਰਹੇ ਹਾਂ। ਜੋ ਤੁਸੀਂ ਨਿਰਦੇਸ਼ ਦਿੱਤੇ ਉਹਨਾਂ ਨੂੰ ਅਸੀਂ ਸਮਝ ਸਕੀਏ। ਸਭ ਜਨ ਪ੍ਰਭੂ ਇਸ ਵਚਨ ਦੇ ਅਨੁਸਾਰ ਆਪਣੇ ਜੀਵਨ ਬਤੀਤ ਕਰਨ ਵਾਲੇ ਬਣ ਜਾਣ। ਪ੍ਰਭੂ ਅੱਜ ਦੇ ਵਚਨ ਸੁਣਨ ਤੋਂ ਪਹਿਲਾਂ ਪ੍ਰਭੂ ਮੈਂ ਇਹਨਾਂ ਦੇ ਘਰਾਂ ਨੂੰ ਸੁਸਮਾਚਾਰ ਲਈ ਖੋਲ੍ਹ ਦਿੰਦਾ। ਇਹਨਾਂ ਦੇ ਮਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਲਈ ਖੋਲ੍ਹ ਦਿੰਦਾ। ਪਰਮੇਸ਼ਰ ਇਹਨਾਂ ਦੇ ਆਤਮਿਕ ਕੰਨ ਖੁੱਲ੍ਹ ਜਾਣ, ਆਤਮਿਕ ਅੱਖਾਂ ਖੁੱਲ੍ਹ ਜਾਣ। ਪ੍ਰਭੂ ਜੋ ਵੀ ਜਨ ਅੱਜ ਦੇ ਸੰਦੇਸ਼ ਨੂੰ, ਇਸ ਵਚਨ ਨੂੰ ਸੁਣੇ, ਪ੍ਰਭੂ ਸਦਾ ਲਈ ਆਸ਼ੀਸ਼ ਔਰ ਬਰਕਤ ਨੂੰ ਪ੍ਰਾਪਤ ਕਰੇ। ਪਰਮੇਸ਼ਰ ਖਾਸ ਕਰਕੇ ਪ੍ਰਭੂ ਮੈਂ ਤੁਹਾਡਾ ਦਾਸ ਹਾਂ। ਤੁਸੀਂ ਮੈਨੂੰ ਸਿਖਾਉਣ ਵਾਲੀ ਜੀਭ ਦਿੱਤੀ, ਮੈਨੂੰ ਇਸ ਯੋਗ ਸਮਝਿਆ ਕਿ ਜਦ ਕਿ ਪ੍ਰਭੂ ਮੈਂ ਇਸ ਯੋਗ ਨਹੀਂ ਸੀ, ਤੁਸੀਂ ਮੇਰੇ 'ਤੇ ਕਿਰਪਾ ਕੀਤੀ ਤਾਂ ਕਿ ਪ੍ਰਭੂ ਇਹ ਜੀਭ ਦੇ ਦੁਆਰਾ ਪ੍ਰਭੂ ਤੂੰ ਮੇਰੇ ਮੂੰਹ ਦੇ ਦੁਆਰਾ ਇਹਨਾਂ ਲੋਕਾਂ ਨਾਲ ਗੱਲਬਾਤ ਕਰ ਸਕੇ। ਅੱਜ ਪ੍ਰਭੂ ਮੈਂ ਆਪਣੀ ਮਨ ਦੀ ਮਰਜ਼ੀ ਨਾਲ ਨਹੀਂ, ਆਪਣੀ ਇੱਛਾ ਦੇ ਨਾਲ ਨਹੀਂ, ਬਲਕਿ ਆਤਮਾ ਦੀ ਗਵਾਹੀ ਦੇ ਨਾਲ ਜੋ ਪ੍ਰਭੂ ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ, ਅੱਜ ਪ੍ਰਭੂ ਗੱਲਬਾਤ ਕਰੋ। ਮੇਰੀ ਵੀ ਮਦਦ ਔਰ ਸਹਾਇਤਾ ਕਰੋ। ਇਹ ਮਦਦ ਸਹਾਇਤਾ ਤੁਹਾਡੇ ਪਿਆਰੇ ਬੇਟੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਮੰਗਦੇ। ਸਾਰੇ ਬੋਲੋ ਹਾਲੇਲੂਇਆ, ਬੋਲੋ ਪ੍ਰਭੂ ਯਿਸੂ ਮਸੀਹ ਕੀ। ਅੱਜ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚੋਂ। ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਵਾ ਭਰਪਣ ਦਾ ਪ੍ਰੇਮ ਬਣਿਆ ਰਹੇ। ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ, ਮੈਂ ਤੁਹਾਨੂੰ ਇੱਕ ਨਵੀਂ ਆਗਿਆ ਦਿੰਦਾ ਵਾਂ, ਤੁਸੀਂ ਇੱਕ ਦੂਜੇ ਨੂੰ ਕੀ ਕਰੋ? ਪਿਆਰ ਕਰੋ। ਇਹ ਨਹੀਂ ਹੈਗਾ ਕਿ ਜਦੋਂ ਖੁਸ਼ੀ ਦਾ ਮਾਹੌਲ ਆ ਉਦੋਂ ਹੀ ਅਸੀਂ ਪ੍ਰੇਮ ਦੇ ਵਿੱਚ ਬਣੇ ਰਹਿਣਾ ਵਾ। ਸਾਨੂੰ ਕਿਸ ਤਰ੍ਹਾਂ ਦਾ ਪ੍ਰੇਮ ਕਰਨਾ ਚਾਹੀਦਾ? ਪਰਮੇਸ਼ਰ ਨੇ ਸਾਡੇ ਨਾਲ ਕਿੱਦਾਂ ਦਾ ਪਿਆਰ ਕੀਤਾ। ਉਹਨੇ ਆਪਣਾ ਇਕਲੌਤਾ ਪੁੱਤਰ ਪ੍ਰਭੂ ਯਿਸੂ ਮਸੀਹ, ਜੇਕਰ ਅਸੀਂ ਯਹੋਨਾ ਦੇ ਵਿੱਚ ਪੜ੍ਹਦੇ ਤੇ ਲਿਖਿਆ ਪਰਮੇਸ਼ਰ ਨੇ ਜਗਤ ਨਾਲ ਇਸ ਤਰ੍ਹਾਂ ਦਾ ਪ੍ਰੇਮ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਲਈ ਦੇ ਦਿੱਤਾ ਤਾਂ ਕਿ ਜੋ ਵੀ ਉਹਦੇ ਤੇ ਨਿਚਾ ਕਰੇ ਉਹ ਨਾਸ ਨਾ ਹੋਵੇ ਪਰ ਸੰਦੀਪ ਜੀਵਨ ਪਾਵੇ। ਪ੍ਰਭੂ ਯਿਸੂ ਮਸੀਹ ਨੇ ਇਦਾਂ ਦਾ ਪ੍ਰੇਮ ਕੀਤਾ। ਉਹਨੇ ਸਿਰਫ ਸਿਖਾਇਆ ਨਹੀਂ ਕਿ ਆਪਣੇ ਲੋਕਾਂ ਦੇ ਲਈ ਉਹਨੇ ਆਪਣੇ ਪ੍ਰਾਣ ਦੇ ਦਿੱਤੇ। ਇਦਾਂ ਦਾ ਪ੍ਰੇਮ ਪਰਮੇਸ਼ਵਰ ਨੂੰ ਚਾਹੀਦਾ।
ਤੇ ਪਹਿਲਾ ਸਾਨੂੰ ਇੱਕ ਵਿਸ਼ਵਾਸੀ ਨੂੰ ਕੀ ਹੁਕਮ ਆ ਕਿ ਤੁਸੀਂ ਕੀ ਕਰਨਾ ਵਾ, ਇੱਕ ਭਰਪਣ ਦਾ ਪ੍ਰੇਮ ਰੱਖਣਾ ਵਾ। ਮਤਲਬ ਕਿ ਯਿਸੂ ਮਸੀਹ ਦੀ ਪਹਿਲੀ ਆਗਿਆ ਸਾਨੂੰ ਇੱਕ ਨਵੀਂ ਆਗਿਆ ਮਿਲੀ ਆ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ। ਜੇ ਇੱਕ ਵਿਸ਼ਵਾਸੀ ਦੇ ਅੰਦਰ ਪ੍ਰੇਮ ਨਹੀਂ ਹੈ, ਪ੍ਰੇਮ ਦੇ ਉੱਤੇ ਮੈਂ ਕਾਫੀ ਕੁਝ ਬੋਲ ਸਕਦਾ ਵਾਂ, ਪਰ ਮੈਂ ਜ਼ਿਆਦਾ ਇਹਦੇ ਤੇ ਨਹੀਂ ਬੋਲਾਂਗਾ। ਬਾਈਬਲ ਦੇ ਵਿੱਚ ਲਿਖਿਆ, ਜੇ ਤੁਸੀਂ ਪਹਿਲਾ ਕੁਰਿੰਥੀਆਂ 13 ਅਧਿਆਇ ਦੇ ਵਿੱਚ ਪੜੋਗੇ, ਕਹਿੰਦਾ ਜੇ ਤੇਰੇ ਅੰਦਰ ਪ੍ਰੇਮ ਨਹੀਂ ਬੰਦਿਆ, ਇੱਕ ਭਜਨ ਗਾਉਂਦੇ ਹੁੰਦੇ ਆ, ਜੇ ਤੇਰੇ ਅੰਦਰ ਪ੍ਰੇਮ ਨਹੀਂ ਬੰਦਿਆ ਤੂੰ ਨਰਕਾਂ ਨੂੰ ਜਾਵੇਂਗਾ। ਸਾਡੇ ਅੰਦਰ ਪ੍ਰੇਮ ਹੋਣਾ ਬਹੁਤ ਜ਼ਰੂਰੀ ਆ। ਇਸੇ ਤਰ੍ਹਾਂ ਪਹਿਲਾ ਸੰਦੇਸ਼ ਇੱਕ ਮਸੀਹ ਜ਼ਿੰਦਗੀ ਦੇ ਵਿੱਚ ਕੀ ਆ ਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇੱਕ ਨਵੀਂ ਆਗਿਆ ਦਿੱਤੀ, ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਤੇ ਇੱਥੇ ਤੱਕ ਯਿਸੂ ਮਸੀਹ ਨੇ ਸਾਡੇ ਨਾਲ ਕਿੱਦਾਂ ਦਾ ਪਿਆਰ ਕੀਤਾ, ਉਹਨੇ ਸਾਡੇ ਲਈ ਆਪਣੇ ਪ੍ਰਾਣ ਦੇ ਦਿੱਤੇ। ਅੱਜ ਸਾਨੂੰ ਜ਼ਰੂਰਤ ਆ ਆਪਸ ਵਿੱਚ ਅਸੀਂ ਪ੍ਰੇਮ ਦੇ ਨਾਲ ਬਣੇ ਰਹੀਏ ਤੇ ਪ੍ਰਭੂ ਸਾਨੂੰ ਬਲੈਸ ਕਰੇਗਾ। ਤੇ ਪਹਿਲਾ ਹਰੇਕ ਵਿਸ਼ਵਾਸੀ ਦੇ ਜੀਵਨ ਵਿੱਚ ਪਹਿਲੀ ਗੱਲ ਪ੍ਰੇਮ ਹੋਣਾ ਬਹੁਤ ਜ਼ਰੂਰੀ ਆ। ਜੇ ਸਾਡਾ ਆਪਸ ਵਿੱਚ ਪ੍ਰੇਮ ਨਹੀਂ ਹੈ ਤਾਂ ਅਸੀਂ ਮਸੀਹ ਨਹੀਂ ਹੈ ਤੇ ਪਰਮੇਸ਼ਰ ਸਾਡੇ ਤੇ ਪ੍ਰਸੰਨ ਨਹੀਂ ਹੋਵੇਗਾ, ਪਰਮੇਸ਼ਰ ਸਾਡੇ ਤੇ ਖੁਸ਼ ਨਹੀਂ ਹੋਵੇਗਾ, ਪ੍ਰਭੂ ਸਾਨੂੰ ਆਸ਼ੀਸ਼ ਨਹੀਂ ਦੇ ਸਕਦਾ, ਅਸੀਂ ਅੱਗੇ ਨਹੀਂ ਵੱਧ ਸਕਦੇ। ਅੱਜ ਬਾਈਬਲ ਦੇ ਵਿੱਚ ਲਿਖਿਆ ਜੀ, ਅੰਤ ਦੇ ਸਮੇਂ ਵਿੱਚ ਲੋਕਾਂ ਦਾ ਪ੍ਰੇਮ ਠੰਡਾ ਪੈ ਜਾਏਗਾ। ਅੱਜ ਭਰਾਵਾਂ ਦੇ ਵਿੱਚ ਪ੍ਰੇਮ ਠੰਡਾ ਪੈ ਗਿਆ, ਪਤੀ ਪਤਨੀ ਦੇ ਵਿੱਚ ਪ੍ਰੇਮ ਠੰਡਾ ਪੈ ਗਿਆ। ਅੱਜ ਬਹੁਤ ਸਾਰੇ ਲੋਕਾਂ ਦਾ ਜਿਹੜਾ ਪ੍ਰੇਮ, ਇੱਕ ਮਹਾਮਾਰੀ ਇਦਾਂ ਦੀ ਚੱਲਦੀ ਆ ਕਿ ਇੱਕ ਬਾਪ ਦੇ ਬੱਚਾ ਮੂੰਹ ਦੇ ਵਿੱਚ ਪਾਣੀ ਨਹੀਂ ਪਾ ਸਕਦਾ ਤੇ ਇੱਕ ਪਤਨੀ ਆਪਣੇ ਪਤੀ ਨੂੰ ਮੂੰਹ ਦੇ ਵਿੱਚ ਪਾਣੀ ਨਹੀਂ ਪਾ ਸਕਦੀ, ਉਹਨੂੰ ਮਿਲ ਨਹੀਂ ਸਕਦੀ, ਉਹਨੂੰ ਹੌਸਲਾ ਨਹੀਂ ਦੇ ਸਕਦੀ। ਬਾਈਬਲ ਦੇ ਵਿੱਚ ਲਿਖਿਆ ਸੀ ਅੰਤ ਦੇ ਸਮੇਂ ਵਿੱਚ ਜਿਹੜਾ ਪ੍ਰੇਮ ਹੈ ਠੰਡਾ ਪੈ ਜਾਏਗਾ। ਪਰ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਇੱਕ ਨਵਾਂ ਹੁਕਮ ਦਿੱਤਾ ਸੀ ਕਿ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਇੱਕ ਦੂਸਰੇ ਨਾਲ ਇਸ ਤਰ੍ਹਾਂ ਦਾ ਪਿਆਰ ਕਰਨਾ ਕਿ ਜਿੱਦਾਂ ਅਸੀਂ ਆਪਣੇ ਆਪ ਨੂੰ ਕਰਦੇ ਹਾਂ। ਆਮੀਨ, ਹਾਲੇਲੂਇਆ। ਦੂਸਰਾ ਇਹਦੇ ਵਿੱਚ ਲਿਖਿਆ, ਮੈਂ 13 ਅਧਿਆਇ ਦਾ 2 ਵਚਨ ਪੜ੍ਹ ਰਿਹਾ ਵਾਂ, ਪ੍ਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂ ਜੋ ਇਹ ਕਰਕੇ ਕਿੰਨਿਆਂ ਨੇ ਦੂਤਾਂ ਨੂੰ ਬਿਨਾਂ ਵਸਾਣੇ ਆਪਣੇ ਘਰ ਦੇ ਵਿੱਚ ਉਤਾਰਿਆ। ਅਸੀਂ ਇਸ ਵਚਨ ਦੇ ਵਿੱਚ ਵੇਖਦੇ ਹਾਂ, ਪੁਰਾਣੇ ਨੇਮ ਦੇ ਵਿੱਚ ਅਸੀਂ ਕਈ ਕਹਾਣੀਆਂ ਨੂੰ ਪੜ੍ਹਦੇ ਹਾਂ। ਉਹਦੇ ਵਿੱਚ ਅਬਰਾਹਮ ਨੇ ਕੀ ਕੀਤਾ, 3 ਸਵਰਗਦੂਤਾਂ ਨੂੰ ਆਪਣੇ ਘਰ ਦੇ ਵਿੱਚ ਉਤਾਰਿਆ ਸੀ, ਉਹਨਾਂ ਦੀ ਪ੍ਰਾਹੁਣਚਾਰੀ ਕੀਤੀ, ਉਹਨਾਂ ਦੀ ਸੇਵਾ ਟਹਿਲ ਕੀਤੀ ਤੇ ਉਹਦੇ ਭਤੀਜੇ ਨੇ ਵੀ ਦੂਤਾਂ ਨੂੰ ਆਪਣੇ ਦੂਤ ਅੱਜ ਇਦਾਂ ਨਹੀਂ ਹੋਣੇ ਕਿ ਉਹਨਾਂ ਦੇ ਉੱਤੇ ਫਰ ਲੱਗੇ ਹੋਣਗੇ, ਉਹਨਾਂ ਦੇ ਬਹੁਤ ਉਹਨਾਂ ਦੀ ਚਮਕ ਹੋਵੇਗੀ। ਉਹ ਅੱਜ ਹਰੇਕ ਜਨ ਦੇ ਨਾਲ ਇੱਕ ਦੂਤ ਆ, ਸਵਰਗੀ ਦੂਤ ਆ ਪਰਮੇਸ਼ਰ ਦਾ, ਹਰ ਇੱਕ ਆਦਮੀ ਦੇ ਨਾਲ। ਉਹ ਦੂਤ ਕੀ ਕਰਦਾ, ਜਦੋਂ ਸਾਡੇ ਘਰ ਦੇ ਵਿੱਚ ਕੋਈ ਵੀ ਬੰਦਾ ਆਉਂਦਾ, ਉਹ ਸਵਰਗ ਦਾ ਦੂਤ ਸਾਡੇ ਘਰ ਦੇ ਵਿੱਚ ਆਉਂਦਾ। ਜੇ ਅਸੀਂ ਉਹਦੀ ਇੱਜ਼ਤ ਕਰਾਂਗੇ, ਜੇ ਅਸੀਂ ਉਹਦਾ ਮਾਣ ਸਨਮਾਨ ਕਰਾਂਗੇ, ਇਹਦਾ ਮਤਲਬ ਅਸੀਂ ਪਰਮੇਸ਼ਰ ਦਾ ਮਾਣ ਸਨਮਾਨ ਕਰਦੇ ਹਾਂ। ਇਸੇ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ, ਤੁਸੀਂ ਕੀ ਕਰਨਾ ਵਾ, ਇੱਕ ਦੂਜੇ ਨੂੰ ਕੀ ਕਰਨਾ ਵਾ ਤੇ ਉਹਦੀ ਪ੍ਰਾਹੁਣਚਾਰੀ ਕਿਵੇਂ ਕਰਨੀ ਆ, ਮੱਥੇ ਤੇ ਵੱਟ ਨਹੀਂ ਪਾਉਣਾ। ਇਹ ਨਾ ਹੋਵੇ ਦੇਖ ਕੇ ਲੈ ਵੀ ਆਹ ਤਾਂ ਅੱਜ ਫੇਰ ਆ ਗਿਆ। ਤੇ ਅਸੀਂ ਕੀ ਕਰਨਾ ਵਾ, ਜਦੋਂ ਵੀ ਆਉਂਦਾ ਵਾ ਉਹਦਾ ਬੜਾ ਆਦਰ ਭਾਵ ਕਰਨਾ। ਤੇ ਪਿਛਲੇ ਸਮੇਂ 'ਚ ਜਦੋਂ ਕੋਈ ਵੀ ਘਰ ਦੇ ਵਿੱਚ ਆਉਂਦਾ ਸੀ, ਉਹਦੇ ਪੈਰ ਧੋਤੇ ਜਾਂਦੇ ਸੀਗੇ, ਅੱਛਾ ਖਾਣਾ ਬਣਾਇਆ ਜਾਂਦਾ ਸੀ, ਚਾਹ ਪਾਣੀ ਤਿਆਰ ਕੀਤਾ ਜਾਂਦਾ ਸੀ। ਇਹ ਚੀਜ਼ਾਂ ਅੱਜ ਵੀ ਸਾਡੇ ਜੀਵਨ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਆ। ਬੋਲਾ ਹਾਲੇਲੂਇਆ। ਪਹਿਲੀ ਗੱਲ, ਸਾਡੇ ਜੀਵਨ ਦੇ ਵਿੱਚ ਕੀ ਹੋਣਾ ਚਾਹੀਦਾ, ਹਰ ਇੱਕ ਵਿਸ਼ਵਾਸੀ ਜੀਵਨ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ। ਅਗਰ ਪ੍ਰੇਮ ਨਹੀਂ ਤਾਂ ਅਸੀਂ ਵਿਸ਼ਵਾਸੀ ਨਹੀਂ। ਦੂਸਰੀ ਗੱਲ, ਸਾਡੇ ਜੀਵਨ ਦੇ ਵਿੱਚ ਪ੍ਰਾਹੁਣਚਾਰੀ ਕਰਨੀ, ਮਤਲਬ ਕਿ ਇੱਕ ਦੂਜੇ ਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਆ। ਜੇ ਅਸੀਂ ਪ੍ਰਾਹੁਣਚਾਰੀ, ਕੋਈ ਵੀ ਸਾਡੇ ਘਰ ਦੇ ਵਿੱਚ ਆਉਂਦਾ ਸੀ, ਉਹਦੀ ਇੱਜ਼ਤ ਨਹੀਂ ਕਰ ਸਕਦੇ, ਕੱਲ ਨੂੰ ਸਾਡੇ ਘਰ ਦੇ ਵਿੱਚ ਚਾਹੇ ਪਰਮੇਸ਼ਵਰ ਵੀ ਆਵੇ ਤੇ ਅਸੀਂ ਉਹਦੀ ਵੀ ਇੱਜ਼ਤ ਕਰ ਨਹੀਂ ਸਕਦੇ। ਬੋਲ ਹਾਲੇਲੂਇਆ, ਬੋਲੋ ਪ੍ਰਭੂ ਯਿਸੂ ਮਸੀਹ ਕੀ। ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਮੈਂ ਤੀਸਰੇ ਵਚਨ ਪੜ੍ਹਨ ਵਾਸਤੇ ਜਾ ਰਿਹਾ ਵਾਂ ਤੇ ਇਹਦੇ ਵਿੱਚ ਲਿਖਿਆ, ਬੰਦੂਆਂ ਨੂੰ ਇਉਂ ਚੇਤੇ ਰੱਖੋ ਭਾਈ ਜਾਣੋ ਤੁਸੀਂ ਉਹਨਾਂ ਦੇ ਨਾਲ ਬੰਧਨ ਵਿੱਚ ਪਏ ਹੋਏ ਹੋ, ਅਤੇ ਉਹਨਾਂ ਨੂੰ ਜਿਹੜੇ ਜਬਰੀ ਚੱਲਦੇ ਹਨ ਚੇਤੇ ਰੱਖੋ, ਇਹ ਜਾਣ ਕੇ ਭਾਈ ਤੁਸੀਂ ਆਪ ਵੀ ਸਰੀਰ ਵਾਲੇ ਹੋ। ਇਸੇ ਤਰ੍ਹਾਂ ਅਸੀਂ ਚੇਤੇ ਰੱਖਣਾ, ਅੱਜ ਬਹੁਤ ਸਾਰੇ ਲੋਕ ਕਾਹਦੇ ਵਿੱਚ ਨੇ, ਬੰਧਨਾਂ ਦੇ ਵਿੱਚ। ਇਹ ਬੰਧਨ 2 ਪ੍ਰਕਾਰ ਦੇ ਆ। ਇੱਕ ਤਾਂ ਕੈਦੀ ਜਿਹੜਾ ਬੰਧਨ ਅਸੀਂ ਉਹਨੂੰ ਕਹਿੰਦੇ ਜਿਹੜਾ ਜੇਲ੍ਹ ਦੇ ਵਿੱਚ ਹੁੰਦਾ ਵਾ। ਇੱਕ ਬੰਧਨ ਜਿੱਦਾਂ ਕਿ ਸ਼ੈਤਾਨ ਦੇ ਬੰਧਨ ਆ। ਅਸੀਂ ਆਪਣੀ ਜ਼ਿੰਦਗੀ ਵਿੱਚ ਝਾਤੀ ਮਾਰ ਕੇ ਵੇਖਣਾ, ਜਦੋਂ ਅਸੀਂ ਵੀ ਸ਼ੈਤਾਨ ਦੇ ਬੰਧਨਾਂ ਦੇ ਵਿੱਚ ਸੀ, ਜਦੋਂ ਸਾਨੂੰ ਸ਼ੈਤਾਨ ਨੇ ਜਕੜਿਆ ਸੀਗਾ, ਸਾਡੇ ਜੀਵਨ ਦੇ ਵਿੱਚ ਵੀ ਕਿੱਦਾਂ ਦੀ ਸਾਡੀ ਕੰਡੀਸ਼ਨ ਸੀ, ਕਿਹੋ ਜਿਹੇ ਸਾਡੇ ਹਾਲਾਤ ਸੀ,
ਨਸ਼ੇ ਵਾਲਾ ਜੀਵਨ ਸੀ, ਲੜਾਈ ਝਗੜੇ ਵਾਲਾ ਜੀਵਨ ਸੀ, ਤੇ ਘਰ ਦੇ ਵਿੱਚ ਗਰੀਬੀ ਸੀ, ਬਹੁਤ ਇਦਾਂ ਦੀਆਂ ਪਰੇਸ਼ਾਨੀਆਂ ਸੀ। ਪਰ ਧੰਨਵਾਦ ਉਸ ਭਾਈ ਦਾ ਜਿਹਨੇ ਸਾਨੂੰ ਪ੍ਰਭੂ ਦੇ ਬਾਰੇ ਦੱਸਿਆ, ਤੇ ਪ੍ਰਭੂ ਨੇ ਸਾਨੂੰ ਉਹ ਸ਼ੈਤਾਨ ਦੇ ਬੰਧਨਾਂ ਦੇ ਵਿੱਚੋਂ ਛੁਡਾਇਆ। ਅੱਜ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ। ਇਹ ਬਹੁਤ ਮਹੱਤਵਪੂਰਨ ਚੀਜ਼ ਆ ਕਿ ਲੋਕਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਵੀ ਸਾਨੂੰ ਠੀਕ ਉਹਨਾਂ ਨਾਲ ਉਸ ਤਰ੍ਹਾਂ ਦਾ ਪਿਆਰ ਪ੍ਰਗਟ ਕਰਨਾ ਚਾਹੀਦਾ ਵਾ। ਤੇ ਸਾਨੂੰ ਅਸੀਂ ਕੀ ਕਰਨਾ ਵਾ, ਉਹਨਾਂ ਨੂੰ ਛਡਾਉਣਾ ਵਾ। ਉਹਨਾਂ ਨੂੰ ਅਸੀਂ ਕਿਵੇਂ ਛਡਾ ਸਕਦੇ ਹਾਂ? ਜੋ ਸ਼ੈਤਾਨ ਦੇ ਬੰਧਨਾਂ ਦੇ ਵਿੱਚ ਆ, ਅੱਜ ਅਸੀਂ ਉਹਨਾਂ ਵਾਸਤੇ ਪ੍ਰਾਰਥਨਾ ਕਰ ਸਕਦੇ ਹਾਂ। ਜਦੋਂ ਅਸੀਂ ਉਹਨਾਂ ਵਾਸਤੇ ਪ੍ਰਾਰਥਨਾ ਕਰਾਂਗੇ ਤੇ ਪਰਮੇਸ਼ਰ ਜ਼ਰੂਰ ਉਹਨਾਂ ਨੂੰ ਸ਼ੈਤਾਨ ਦੇ ਬੰਧਨਾਂ ਦੇ ਵਿੱਚੋਂ ਛਡਾਵੇਗਾ। ਆਮੀਨ। ਪਹਿਲਾ, ਵਿਸ਼ਵਾਸੀ ਜੀਵਨ 'ਚ ਪ੍ਰੇਮ ਹੋਣਾ ਚਾਹੀਦਾ। ਦੂਸਰਾ, ਵਿਸ਼ਵਾਸੀ ਦੇ ਜੀਵਨ ਦੇ ਵਿੱਚ ਪ੍ਰਾਹੁਣਚਾਰੀ ਹੋਣੀ ਚਾਹੀਦੀ ਆ। ਤੀਸਰਾ, ਅਸੀਂ ਕੀ ਕਰਨਾ ਵਾ, ਜਿਹੜੇ ਸਾਡੇ ਹੋਰ ਭੈਣ ਭਾਈ ਆ, ਬਾਈਬਲ ਦੇ ਵਿੱਚ ਲਿਖਿਆ ਹੋਰ ਵੀ ਬਹੁਤ ਸਾਰੇ ਭੈਣ ਭਾਈ ਆ ਜੋ ਸਾਡੇ ਇਹਨਾਂ ਦੁੱਖਾਂ ਦੇ ਵਿੱਚ ਨੇ, ਅਸੀਂ ਉਹਨਾਂ ਨੂੰ ਵੀ ਕੀ ਕਰਨਾ ਵਾ, ਛਡਾਉਣਾ ਵਾ। ਬੋਲੋ ਹਾਲੇਲੂਇਆ, ਬੋਲੋ ਪ੍ਰਭੂ ਯਿਸੂ ਮਸੀਹ ਕੀ। ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਅੱਜ ਅਸੀਂ ਇਸ ਵਚਨ ਦੇ ਵਿੱਚ ਤੀਸਰਾ, ਵਿਸ਼ਵਾਸੀ ਦੇ ਜੀਵਨ ਦੇ ਵਿੱਚ ਜਿੱਦਾਂ ਬਹੁਤ ਸਾਰੇ ਭੈਣ ਭਾਈ ਬੰਧਨਾਂ ਦੇ ਵਿੱਚ ਫਸੇ ਹੋਏ ਆ, ਤੇ ਅਸੀਂ ਉਹਨਾਂ ਨੂੰ ਕੀ ਕਰਨਾ ਵਾ, ਉਹਨਾਂ ਨੂੰ ਅਸੀਂ ਆਪਣੀ ਜਗ੍ਹਾ ਤੇ ਰੱਖ ਕੇ ਵੇਖਣਾ ਕਿ ਜਦੋਂ ਅਸੀਂ ਵੀ ਪ੍ਰਭੂ ਤੋਂ ਦੂਰ ਸੀ, ਸਾਡੇ ਜੀਵਨ ਦੇ ਵਿੱਚ ਕਿੱਦਾਂ ਦੀ ਸਮੱਸਿਆ ਸੀ, ਕਿੱਦਾਂ ਦੀ ਪਰੇਸ਼ਾਨੀ ਸੀ। ਪਰ ਉਹ ਪਰਮੇਸ਼ਰ ਦਾ ਧੰਨਵਾਦ ਹੈ ਕਿ ਪ੍ਰਭੂ ਨੇ ਸਾਨੂੰ ਅੱਜ ਉਹਨਾਂ ਚੀਜ਼ਾਂ ਤੋਂ ਆਜ਼ਾਦ ਕਰ ਲਿਆ। ਅੱਜ ਪ੍ਰਭੂ ਨੇ ਸਾਨੂੰ ਉਹਨਾਂ ਤੋਂ ਛੁਟਕਾਰਾ ਦਿੱਤਾ। ਆਮੀਨ, ਹਾਲੇਲੂਇਆ। ਇੱਕ ਮਸੀਹ ਜੀਵਨ ਦੇ, ਇੱਕ ਵਿਸ਼ਵਾਸੀ ਦੇ ਜੀਵਨ 'ਚ ਕੀ ਹੋਣਾ ਚਾਹੀਦਾ? ਪਹਿਲਾ, ਇੱਕ ਪ੍ਰੇਮ ਹੋਣਾ ਚਾਹੀਦਾ। ਦੂਸਰਾ, ਉਹਦੇ ਜੀਵਨ ਦੇ ਵਿੱਚ ਪ੍ਰਾਹੁਣਚਾਰੀ। ਕੋਈ ਵੀ ਸਾਡੇ ਘਰ ਦੇ ਵਿੱਚ ਆਉਂਦਾ, ਮੈਂ ਤੁਹਾਨੂੰ ਦੱਸਿਆ ਕਿ ਇੱਕ ਆਦਮੀ ਦੇ ਨਾਲ ਇੱਕ ਸਵਰਗਦੂਤ ਜ਼ਰੂਰ ਆਉਂਦਾ ਵਾ, ਤੇ ਅਸੀਂ ਉਹਦੀ ਪ੍ਰਾਹੁਣਚਾਰੀ ਕਿਵੇਂ ਕਰਨੀ ਆ? ਜਿਵੇਂ ਤੁਹਾਨੂੰ ਦੱਸਿਆ, ਪੁਰਾਣੇ ਨਿਯਮ ਦੇ ਵਿੱਚ ਅਬਰਾਮ ਹੋਣਾ ਨੇ ਸਵਰਗੀ ਦੂਤਾਂ ਦਾ ਇੱਜ਼ਤ ਮਾਣ ਕੀਤਾ ਤੇ ਉਹਨਾਂ ਨੇ ਬੜੀ ਆਸ਼ੀਸ਼ ਪਾਈ। ਲੂਤ ਉਹਦਾ ਭਤੀਜਾ ਸੀ, ਉਹਨੇ ਅੱਗ ਦੇ ਵਿੱਚ ਬਲਣਾ ਸੀਗਾ, ਜਦ ਕਿ ਉਹਨਾਂ ਨੇ ਦੂਤਾਂ ਦੇ ਸਵਾਗਤ ਕੀਤਾ ਤੇ ਪਰਮੇਸ਼ਰ ਨੇ ਉਹਨਾਂ ਨੂੰ ਬਚਾਇਆ। ਤੀਸਰਾ, ਅਸੀਂ ਵਚਨ ਪੜਿਆ ਇਬਰਾਨੀ 13 ਦੀ 3 ਦੇ ਵਿੱਚ, ਬੰਧੂ ਮਤਲਬ ਕਿ ਹਿੰਦੀ ਬਾਈਬਲ ਦੇ ਵਿੱਚ ਲਿਖਿਆ ਕੈਦੀ। ਜਿਹੜੇ ਬੰਧਨਾਂ ਵਿੱਚ ਮੈਂ ਤੁਹਾਨੂੰ ਦੱਸਿਆ 2 ਤਰ੍ਹਾਂ ਦੇ ਬੰਧਨ ਹੁੰਦੇ ਆ। ਇੱਕ ਤਾਂ ਲੋਕ ਜੇਲ੍ਹਾਂ ਦੇ ਵਿੱਚ ਨੇ, ਤੇ ਦੂਸਰਾ ਬੰਧਨ ਸ਼ੈਤਾਨ ਦਾ ਬੰਧਨ। ਇਹ ਅਸੀਂ ਵੀ ਇਹ ਸੋਚ ਕੇ ਦੇਖਣਾ ਕਿ ਜਦੋਂ ਅਸੀਂ ਵੀ ਸ਼ੈਤਾਨ ਦੇ ਬੰਧਨ ਦੇ ਵਿੱਚ ਸੀਗੇ, ਉਦੋਂ ਸਾਡੀ ਕੰਡੀਸ਼ਨ ਕਿੱਦਾਂ ਦੀ ਸੀਗੀ, ਤੇ ਅੱਜ ਸਾਡੀ ਕੰਡੀਸ਼ਨ ਕਿੱਦਾਂ ਦੀ ਆ। ਅਸੀਂ ਇਹ ਆਪਣੇ ਭੈਣ ਭਾਈਆਂ ਨੂੰ ਉਹਦੇ ਬੰਧਨ ਦੇ ਵਿੱਚੋਂ ਛੁਡਾਉਣਾ। ਇਹ ਇੱਕ ਵਿਸ਼ਵਾਸੀ ਦਾ ਤੀਸਰਾ ਪੁਆਇੰਟ ਆ। ਇਹ ਜ਼ਰੂਰੀ ਆ, ਇਹ ਨਾ ਖਤਮ ਹੋਣ ਵਾਲੇ ਉਪਦੇਸ਼ ਆ। ਲਗਾਤਾਰ ਜਿੰਨਾ ਟਾਈਮ ਸਾਡੀ ਜ਼ਿੰਦਗੀ, ਅਸੀਂ ਇਹਨਾਂ ਗੱਲਾਂ ਨੂੰ ਕਰਦੇ ਰਹਿਣਾ ਵਾ। ਚੌਥੀ ਗੱਲ, ਮੈਂ 13 ਅਧਿਆਇ ਦਾ 4 ਵਚਨ ਪੜ੍ਹਨ ਵਾਸਤੇ ਜਾ ਰਿਹਾ। ਉਹਦੇ ਵਿੱਚ ਲਿਖਿਆ, ਵਿਆਹ ਕਰਨਾ ਸਭਨਾਂ ਵਿੱਚੋਂ ਆਦਰਯੋਗ ਗਿਣਿਆ ਜਾਵੇ ਅਤੇ ਵਸਾਉਣਾ ਬੇਦਾਗ ਰਹੇ, ਕਿਉਂ ਜੋ ਪਰਮੇਸ਼ਰ ਹਰਾਮ ਕਰਿਆ ਤੇ ਬੇਵਿਚਾਰਿਆਂ ਦਾ ਨਿਆਂ ਕਰੇਗਾ। ਇੱਕ ਵਿਆਹ ਬੜੇ ਆਦਰ ਵਾਲੀ ਗੱਲ ਆ। ਅਸੀਂ ਵੇਖਦੇ ਹਾਂ ਪਰਮੇਸ਼ਰ ਨੇ ਵਿਆਹ ਦੀ ਸਥਾਪਨਾ ਕੀਤੀ। ਉਤਪਤੀ ਦੇ ਵਿੱਚ ਪੜੋਗੇ, ਪਰਮੇਸ਼ਰ ਨੇ ਵਿਆਹ ਦੀ ਰਸਮ ਨੂੰ ਚਲਾਇਆ। ਅਗਰ ਨਵੇਂ ਨੇਮ 'ਚ ਪੜੋਗੇ, ਪਹਿਲੇ ਜਿਹੜੇ ਚਮਤਕਾਰ ਕੀਤਾ ਪ੍ਰਭੂ ਯਿਸੂ ਮਸੀਹ ਨੇ ਵਿਆਹ ਦੇ ਵਿੱਚ ਕੀਤਾ। ਇਸੇ ਤਰ੍ਹਾਂ ਜਿਹੜੀ ਸਾਡੇ ਵਿਆਹ ਵਾਲੀ ਲਾਈਫ ਆ, ਉਹਦੇ ਵਿੱਚ ਸਾਨੂੰ ਕੀ ਹੋਣਾ ਚਾਹੀਦਾ ਵਾ, ਤੇ ਅੱਗੇ ਲਿਖਿਆ ਦੇ ਵਿੱਚ, ਇਹ ਸਾਰਿਆਂ ਨਾਲ ਇੱਕ ਆਦਰਯੋਗ ਆ। ਜਿਹੜੀ ਵਿਆਹ ਦੀ ਰਸਮ ਆ, ਉਹਦੇ ਵਿੱਚ ਅਸੀਂ ਪਰਮੇਸ਼ਰ ਨੂੰ ਆਦਰ ਦਿੰਨੇ ਆ, ਪਰਮੇਸ਼ਰ ਨੂੰ ਇੱਜ਼ਤ ਦਿੰਨੇ ਆ। ਪਰਮੇਸ਼ਰ, ਜਦੋਂ ਅਸੀਂ ਇੱਕ ਦੂਜੇ ਦੇ ਨਾਲ, ਸਾਡਾ ਵਿਆਹ ਦੀ ਰਸਮ ਹੁੰਦੀ ਆ, ਅਸੀਂ ਇੱਕ ਦੂਜੇ ਦੀ ਸਹਾਇਤਾ ਵਾਸਤੇ ਅਸੀਂ ਵੇਖਦੇ ਹਾਂ। ਅਗਰ ਵਿਆਹ ਤੋਂ ਪਹਿਲਾਂ ਚਾਹੇ ਵਿਆਹ ਤੋਂ ਬਾਅਦ ਕੋਈ ਵੀ ਭੈਣ ਭਾਈ ਆ, ਅਗਰ ਉਹਨਾਂ ਦੇ ਸਰੀਰਕ ਸੰਬੰਧ ਨਹੀਂ, ਉਹ ਬੇਵਿਚਾਰ ਆ। ਬੇਵਿਚਾਰ ਦਾ ਬਾਈਬਲ ਦੇ ਵਿੱਚ ਲਿਖਿਆ, ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਕੋਲ ਲੇਖਾ ਲਵਾਂਗਾ। ਇਸੇ ਤਰ੍ਹਾਂ ਇਹਦੇ ਵਿੱਚ ਲਿਖਿਆ, ਵਿਆਹ ਸਭਨਾਂ ਦੇ ਨਾਲੋਂ ਆਦਰਯੋਗ ਗਿਣਿਆ ਜਾਵੇ, ਵਸਾਉਣਾ ਬੇਦਾਗ ਰਹੇ, ਕਿਉਂ ਜੋ ਪਰਮੇਸ਼ਰ ਹਰਾਮ ਕਾਰਿਆਂ ਤੇ ਬੇਵਿਚਾਰਿਆਂ ਦਾ ਨਿਆਂ ਕਰੇਗਾ। ਵਿਸ਼ਵਾਸੀ ਦੇ ਜੀਵਨ ਦੇ ਵਿੱਚ ਚੌਥੀ ਗੱਲ ਆ। ਪਹਿਲੀ ਗੱਲ, ਵਿਸ਼ਵਾਸੀ ਦੇ ਜੀਵਨ ਦੇ ਵਿੱਚ ਪ੍ਰੇਮ ਹੋਣਾ ਬਹੁਤ ਜ਼ਰੂਰੀ ਆ। ਦੂਸਰੀ ਗੱਲ, ਉਹਨੂੰ ਪ੍ਰਾਹੁਣਚਾਰੀ ਵਧੀਆ ਅੱਛੇ ਤਰੀਕੇ ਨਾਲ ਕਰਨੀ ਚਾਹੀਦੀ ਆ। ਤੀਸਰੀ ਗੱਲ, ਜਿਹੜੇ ਲੋਕ ਕੈਦ ਦੇ ਵਿੱਚ ਨੇ, ਸ਼ੈਤਾਨ ਦੀ ਕੈਦ ਦੇ ਵਿੱਚ ਨੇ, ਉਹਨਾਂ ਨੂੰ ਛਡਾਉਣਾ ਇੱਕ ਵਿਸ਼ਵਾਸੀ ਦਾ ਕੰਮ ਆ। ਤੇ ਚੌਥੀ ਗੱਲ, ਇੱਕ ਵਿਆਹ ਦੇ ਵਿੱਚ ਇਹ ਆਦਰਯੋਗ ਰਸਮ ਆ, ਤੇ ਇੱਕ ਵਿਸ਼ਵਾਸੀ ਦਾ ਵਿਆਹ ਜਿਹੜਾ ਪਰਮੇਸ਼ਰ ਦੀ ਰੀਤਾਂ ਦੇ ਮੁਤਾਬਕ, ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਕ ਹੋਣਾ ਬਹੁਤ ਜ਼ਰੂਰੀ ਆ। ਅੱਗੇ ਅਸੀਂ 5 ਵਚਨ ਦੇ ਵਿੱਚ ਲਿਖਿਆ, ਇੱਕ ਵਿਸ਼ਵਾਸੀ ਜੀਵਨ 'ਚ ਕੀ ਹੋਣਾ ਚਾਹੀਦਾ, ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ, ਕਿਉਂ ਜੋ ਜੋ ਤੁਹਾਡੇ ਕੋਲ ਹੈ ਉਹਦੇ ਉੱਤੇ ਸੰਤੋਖ ਕਰੋ, ਕਿਉਂ ਜੋ
ਉਹਨਾਂ ਨੇ ਆਪਣੇ ਆਪ ਨੂੰ ਕੀ ਕੀਤਾ? ਅੱਗੇ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਕਦੇ ਨਾ ਛੱਡਾਂਗਾ ਨਾ ਕਦੇ ਤਿਆਗਾਂਗਾ। ਆਮੀਨ। ਇਸੇ ਤਰ੍ਹਾਂ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹਿਣਾ। ਇੱਕ ਪੈਸਾ ਇੱਕ ਬੁਰਾਈ ਦੀ ਜੜ ਆ। ਅੱਜ ਬਹੁਤ ਸਾਰੇ ਲੋਕ ਲਾਲਚ ਇੰਨਾ ਜ਼ਿਆਦਾ ਲਾਲਚ ਕਰਦੇ ਆ ਕਿ ਜਿਸ ਜਗ੍ਹਾ ਤੇ ਅਸੀਂ ਪਰਮੇਸ਼ਵਰ ਨੂੰ ਰੱਖਣਾ ਵਾ ਉਹ ਜਗ੍ਹਾ ਤੇ ਜ਼ਿਆਦਾ ਅਸੀਂ ਪੈਸੇ ਨੂੰ ਜਗ੍ਹਾ ਦੇਣੀ ਸ਼ੁਰੂ ਕਰ ਦਿੰਦੇ ਹਾਂ। ਇਸੇ ਕਾਰਨ ਕਰਕੇ ਬਾਈਬਲ ਦੇ ਵਿੱਚ ਕੀ ਲਿਖਿਆ? ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਛ ਵੀ ਤੁਹਾਡੇ ਕੋਲ ਆ ਤੁਸੀਂ ਇੰਨਾ ਸ਼ੁਕਰ ਕਰੋ, ਪਰਮੇਸ਼ਰ ਨੇ ਤੁਹਾਨੂੰ ਜ਼ਿੰਦਗੀ ਦੀ ਤੰਦਰੁਸਤੀ ਦਿੱਤੀ ਆ। ਤੁਹਾਨੂੰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਕਿ ਪਰਮੇਸ਼ਰ ਨੇ ਸਾਨੂੰ ਫਰੀ ਦੇ ਵਿੱਚ ਇੱਕ ਸਾਹ ਦਿੱਤੇ ਆ ਤੇ ਸਾਰੀਆਂ ਗੱਲਾਂ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ। ਉਹ ਵੀ ਬੰਦਾ ਵਾ ਜਿਹੜਾ ਪੈਦਲ ਤੁਰ ਕੇ ਜਾਂਦਾ ਵਾ, ਜਿਹਦੇ ਪੈਰਾਂ ਦੇ ਵਿੱਚ ਚੱਪਲਾਂ ਨਹੀਂ ਹੈ। ਤੇ ਜਿਵੇਂ ਮੈਂ ਤੁਹਾਨੂੰ ਅੱਗੇ ਕਈ ਵਾਰੀ ਦੱਸਿਆ, ਜਿਹੜਾ ਪੈਦਲ ਤੁਰਿਆ ਜਾਂਦਾ ਉਹ ਕਹਿੰਦਾ ਮੈਨੂੰ ਸਾਈਕਲ ਮਿਲ ਜਾਵੇ। ਸਾਈਕਲ ਵਾਲਾ ਫਿਰ ਮੋਟਰਸਾਈਕਲ ਭਾਲਦਾ, ਮੋਟਰਸਾਈਕਲ ਵਾਲਾ ਕਹਿੰਦਾ ਮੈਨੂੰ ਗੱਡੀ ਚਾਹੀਦੀ ਆ, ਗੱਡੀ ਵਾਲਾ ਕਹਿੰਦਾ ਨਹੀਂ ਮੈਨੂੰ ਵੀ ਥੱਲੇ ਬ੍ਰੇਕਾਂ ਲਾਉਣੀਆਂ ਪੈਂਦੀਆਂ, ਜਹਾਜ਼ ਚਾਹੀਦਾ। ਇਸੇ ਤਰ੍ਹਾਂ ਜਿੰਨਾ ਵੀ ਕੋਈ ਤੁਹਾਡੇ ਕੋਲ ਹੈ, ਜਿਸ ਤਰ੍ਹਾਂ ਦੀ ਵੀ ਹਾਲਾਤ ਦੇ ਵਿੱਚ ਪਰਮੇਸ਼ਰ ਨੇ ਰੱਖਿਆ ਉਹਦੇ ਵਿੱਚ ਧੰਨਵਾਦ ਕਰਨਾ। ਪਰ ਪ੍ਰਭੂ ਨੇ ਵਾਅਦਾ ਕੀਤਾ ਜੇ ਤੁਸੀਂ ਉਹਦੇ ਵਿੱਚ ਸੰਤੁਸ਼ਟ ਆ, ਉਹਦੇ ਲਈ ਪਰਮੇਸ਼ਰ ਦਾ ਧੰਨਵਾਦ ਕਰੋਗੇ, ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਨਾ ਤਾਂ ਕਦੇ ਛੱਡਾਂਗਾ ਤੇ ਨਾ ਕਦੇ ਤਿਆਗਾਂਗਾ। ਇਸ ਕਰਕੇ ਅਸੀਂ ਆਪਣੇ ਆਪ ਨੂੰ ਹੌਸਲਾ ਦੇਣਾ ਵਾ। ਕਿਵੇਂ ਹੌਸਲਾ ਦੇਣਾ? ਕਿ ਪ੍ਰਭੂ ਮੇਰਾ ਸਹਾਇਕ ਆ, ਪ੍ਰਭੂ ਮੇਰੀ ਸਹਾਇਤਾ ਕਰੇਗਾ, ਮੈਂ ਨਾ ਡਿੱਗਾਂਗਾ, ਮਨੁੱਖ ਮੇਰਾ ਕੁਛ ਵੀ ਕਰ ਨਹੀਂ ਸਕਦਾ। ਇਹਨਾਂ ਗੱਲਾਂ ਦੇ ਲਈ ਅਸੀਂ ਆਪਣੇ ਆਪ ਨੂੰ ਹੌਸਲਾ ਦੇਣਾ, ਤਸੱਲੀ ਦੇਣੀ ਹੈ ਕਿ ਮਨੁੱਖ ਮੇਰਾ ਕੁਛ ਵੀ ਕਰ ਨਹੀਂ ਸਕਦਾ। ਤੇ ਜੋ ਕੁਛ ਪਰਮੇਸ਼ਰ ਨੇ ਦਿੱਤਾ ਪ੍ਰਭੂ ਦਾ ਧੰਨਵਾਦ। ਪ੍ਰਭੂ ਅਸਾਂ ਘਰ ਦਿੱਤਾ, ਤੁਹਾਡਾ ਧੰਨਵਾਦ। ਅਸਾਂ ਪਰਿਵਾਰ ਦਿੱਤਾ, ਜੋ ਕੁਛ ਵੀ ਅੱਜ ਸਾਡੇ ਕੋਲ ਆ ਉਹਦੇ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਨਾ ਤੇ ਇੰਨੇ ਦੇ ਵਿੱਚ ਅਸੀਂ ਖੁਸ਼ ਰਹਿਣਾ। ਤੇ ਪਿਛਲੇ ਸੰਦੇਸ਼ ਦੇ ਵਿੱਚ ਤੁਸੀਂ ਸੁਣਿਆ ਸੀਗਾ ਕਿ ਪਰਮੇਸ਼ਰ ਦੀ ਇੱਛਾ ਕਿ ਵਿਸ਼ਵਾਸੀ ਹਮੇਸ਼ਾ ਆਨੰਦ ਰਹਿਣਾ ਚਾਹੀਦਾ ਵਾ। ਅਗਰ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਆਨੰਦ ਨਹੀਂ, ਉਹ ਇੱਕ ਵਿਸ਼ਵਾਸੀ ਨਹੀਂ। ਇਹ ਪਰਮੇਸ਼ਰ ਦੀ ਇੱਛਾ ਕਿ ਵਿਸ਼ਵਾਸੀ ਖੁਸ਼ ਰਵੇ। ਜੋ ਵੀ ਕੁਛ ਹੈ, ਜੋ ਦਿੱਤਾ ਉਹਦੇ ਲਈ ਪਰਮੇਸ਼ਰ ਦਾ ਅਸੀਂ ਧੰਨਵਾਦ ਕਰਨਾ। ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਵਿਸ਼ਵਾਸੀ ਜੀਵਨ 'ਚ ਜੋ ਵਿਸ਼ਵਾਸੀ ਨੇ ਕਿੱਦਾਂ ਦਾ ਜੀਵਨ ਜੀਣਾ। ਪਹਿਲੀ ਗੱਲ ਉਹਦੇ ਜੀਵਨ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ। ਦੂਸਰੀ ਗੱਲ ਉਹਨੇ ਪ੍ਰਾਹੁਣਚਾਰੀ ਕਿੱਦਾਂ ਕਰਨੀ ਆ ਤੇ ਜਿੱਦਾਂ ਮਤਲਬ ਇਹ ਸੋਚ ਕੇ ਕਰਨੀ ਆ ਕਿ ਮੈਂ ਤਾਂ ਸਵਰਗ ਦੂਤਾਂ ਦੀ ਸੇਵਾ ਕਰ ਰਿਹਾ ਵਾਂ। ਤੀਸਰੀ ਗੱਲ ਜੋ ਕੈਦ ਦੇ ਵਿੱਚ ਆ ਉਹਨਾਂ ਨੂੰ ਛਡਾਉਣਾ ਵਾ। ਚੌਥੀ ਗੱਲ ਜਿਹੜਾ ਵਿਆਹ ਸਾਡਾ ਆਦਰਯੋਗ ਹੋਣਾ ਚਾਹੀਦਾ। ਪੰਜਵੀਂ ਗੱਲ ਦੇ ਵਿੱਚ ਅਸੀਂ ਮਾਇਆ ਦੇ, ਪੈਸੇ ਦਾ, ਹੋਰ ਕਈਆਂ ਚੀਜ਼ਾਂ ਦਾ ਅਸੀਂ ਕਿਸੇ ਵੀ ਚੀਜ਼ ਦਾ ਲਾਲਚ ਨਹੀਂ ਕਰਨਾ। ਜਿੱਦਾਂ ਇੱਕ ਪੁਰਾਣੇ ਨਿਯਮ ਦੇ ਪਰਮੇਸ਼ਰ ਨੇ 10 ਹੁਕਮ ਦਿੱਤੇ ਸੀ, ਉਹਦੇ 'ਚ ਕਿਹਾ ਸੀ ਤੂੰ ਕਿਸੇ ਦਾ ਘਰ ਦਾ, ਕਿਸੇ ਦੇ ਪਸ਼ੂ ਦਾ, ਕਿਸੇ ਦੀ ਖੇਤੀਬਾੜੀ ਦਾ, ਕਿਸੇ ਦੇ ਨੌਕਰ ਦਾ, ਕਿਸੇ ਵੀ ਪ੍ਰਕਾਰ ਦਾ ਤੂੰ ਲਾਲਚ ਨਹੀਂ ਕਰਨਾ। ਆਮੀਨ, ਹਾਲੇਲੂਇਆ। ਇਸੇ ਤਰ੍ਹਾਂ ਅੱਗੇ ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਅਗਲਾ ਪੁਆਇੰਟ ਕੀ ਆ? 7 ਵਚਨ ਦੇ ਵਿੱਚ ਦੇਖਾਂਗੇ। ਉਹਦੇ ਵਿੱਚ ਲਿਖਿਆ ਤੁਸੀਂ ਆਪਣੇ ਆਗੂਆਂ ਨੂੰ ਕੀ ਕਰੋ? ਚੇਤੇ ਰੱਖੋ ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ਰ ਦਾ ਵਚਨ ਸੁਣਾਇਆ ਅਤੇ ਉਹਨਾਂ ਦੀ ਓੜਕ ਵੱਲ ਧਿਆਨ ਕਰਕੇ ਉਹਨਾਂ ਦੀ ਨੇਚਰ ਦੀ ਰੀਸ ਕਰੋ। ਸਾਡੇ ਆਗੂਏ, ਜੋ ਵੀ ਸਾਡੇ ਆਗੂਏ ਸਾਨੂੰ ਵਚਨ ਸੁਣਾ ਰਿਹਾ, ਉਹਨਾਂ ਨੂੰ ਅਸੀਂ ਹਮੇਸ਼ਾ ਚੇਤੇ ਰੱਖਣਾ। ਤੇ ਬਾਈਬਲ ਦੇ ਵਿੱਚ ਲਿਖਿਆ, ਜੇ ਤੁਸੀਂ ਇਹਦਾ 16-17 ਵਚਨ ਪੜ੍ਹੋਗੇ, ਉਹਦੇ ਵਿੱਚ ਲਿਖਿਆ ਤੁਸੀਂ ਆਪਣੇ ਆਗੂਆਂ ਦੀ ਕੀ ਕਰੋ? ਆਗਿਆਕਾਰੀ ਕਰੋ, ਉਹਨਾਂ ਦੇ ਅਧੀਨ ਰਹੋ। ਉਹਨਾਂ ਨੇ ਤੁਹਾਡੀਆਂ ਜਾਨਾਂ ਦਾ ਕੀ ਕਰਨਾ ਵਾ? ਲੇਖਾ ਦੇਣਾ। ਉਹ ਸਾਡੇ ਲਈ ਹੋ ਕੇ ਭਰ ਕੇ ਕੰਮ ਨਾ ਕਰਨ, ਉਹ ਬੜੇ ਆਨੰਦ ਨਾਲ ਕੰਮ ਕਰਨ। ਇਹ ਨਾ ਸੋਚਣ ਕਿ ਇੱਕ ਵਿਸ਼ਵਾਸੀ ਆ, ਕਿੱਦਾਂ ਦਾ ਵਿਸ਼ਵਾਸੀ ਆ। ਤੇ ਇਸੇ ਤਰ੍ਹਾਂ ਮਤਲਬ ਕਿ ਉਹ ਜਿਹੜੇ ਇੱਕ ਵਿਸ਼ਵਾਸੀ ਤੋਂ ਇੱਕ ਜੋ ਵੀ ਪਰਮੇਸ਼ਰ ਨੇ ਨਿਯੁਕਤ ਕੀਤਾ ਕਿ ਰੱਬ ਦਾ ਦਾਸ ਜੋ ਤੁਹਾਡਾ ਆਗੂ ਵਾ, ਉਹ ਖੁਸ਼ ਹੋਣਾ ਚਾਹੀਦਾ ਤੁਹਾਡੇ ਜੀਵਨਾਂ 'ਚੋਂ ਵੀ। ਇਹਦੇ ਵਿੱਚ ਕੀ ਲਿਖਿਆ ਵਾ? ਕਿਉਂ ਜੇ ਮੈਂ 17 ਵਚਨ ਨੂੰ ਪੜ੍ਹ ਰਿਹਾ ਇਹਦਾ, ਉਹਦੇ ਵਿੱਚ ਲਿਖਿਆ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ ਅਤੇ ਉਹਨਾਂ ਦੇ ਵਾਂ ਜਿਨ੍ਹਾਂ ਨੇ ਲੇਖਾ ਦੇਣਾ ਹੈ, ਤੁਹਾਡੀਆਂ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਆ। ਭਾਈ ਉਹ ਇਹ ਕੰਮ ਕਿੱਦਾਂ ਕਰਨ? ਆਨੰਦ ਨਾਲ ਕਰਨ, ਨਾ ਕਿ ਹੋ ਕੇ ਭਰ ਕੇ। ਕਿਉਂ? ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ। ਅਗਰ ਕੋਈ ਰੱਬ ਦਾ ਦਾਸ ਤੁਹਾਡੇ ਵਾਸਤੇ ਅੱਖਾਂ ਦੇ ਵਿੱਚ ਹੰਝੂ ਸਿੱਟਦਾ ਵਾ ਤੇ ਉਹ ਉਦੋਂ ਦੁਆ ਕਰਦਾ ਵਾ, ਉਹ ਤੁਹਾਡੇ ਲਈ ਲਾਭਵੰਤ ਨਹੀਂ ਹੋਣੀ। ਪਰ ਜਦੋਂ ਤੁਹਾਡੇ ਲਈ ਕੋਈ ਰੱਬ ਦਾ ਦਾਸ ਪ੍ਰਾਰਥਨਾ ਕਰਿਆ, ਉਹ ਆਨੰਦ ਤੇ ਖੁਸ਼ ਰਹਿਣਾ ਚਾਹੀਦਾ ਵਾ। ਜੋ ਤੁਹਾਨੂੰ ਆਗਿਆਕਾਰੀ ਕੀਤੀ ਜਾਂਦੀ ਉਹਨੂੰ ਪੂਰਾ ਕਰਨਾ। ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਕਿੰਨੇ ਪੁਆਇੰਟ ਆ? ਇਹਦੇ ਵਿੱਚ ਕਾਫੀ ਪੁਆਇੰਟ ਆ। ਹੋ ਸਕਦਾ ਤੁਸੀਂ ਕਾਫੀ ਵਾਰੀ ਇਸ ਵਚਨ ਨੂੰ ਸੁਣਿਆ ਹੋਵੇਗਾ। ਪਰਮੇਸ਼ਵਰ ਅਸਲ ਦੇ ਵਿੱਚ ਕੀ ਆ, ਅੱਜ ਵੀ ਬਹੁਤ ਸਾਰੇ ਆਪਣੇ ਤਰੀਕੇ ਨਾਲ ਇਹਨਾਂ ਵਚਨਾਂ ਦਾ ਅਰਥ ਕੱਢ ਰਿਹਾ। ਪਰ ਜੋ ਵੀ
ਬਚਨ ਦਾ ਸਹੀ ਤਰੀਕਾ ਜਦੋਂ ਅਸੀਂ ਪੂਰਾ ਅਧਿਆਇ ਨੂੰ ਪੜ੍ਹਦੇ ਹਾਂ ਉਦੋਂ ਸਾਨੂੰ ਪਤਾ ਲੱਗਦਾ ਇਹਦਾ ਕੀ ਅਰਥ ਬਣਦਾ। ਜਿਵੇਂ ਪਹਿਲਾ ਇੱਕ ਵਿਸ਼ਵਾਸੀ ਜੀਵਨ 'ਚ ਪ੍ਰੇਮ ਹੋਣਾ ਚਾਹੀਦਾ, ਜਿੱਦਾਂ ਤੁਹਾਨੂੰ ਦੱਸਿਆ ਸੀ। ਜੇ ਤੁਹਾਡੇ ਅੰਦਰ ਪ੍ਰੇਮ ਨਹੀਂ ਹੈ ਤੇ ਬਾਈਬਲ ਦਾ ਕੀ ਦੱਸਦੇ ਆ, ਫਿਰ ਤਾਂ ਤੂੰ ਸਣ ਕਰਨ ਵਾਲਾ ਇੱਕ ਸੈਣਾ ਵਾ। ਤੇ ਦੂਸਰਾ, ਪ੍ਰਾਹੁਣਚਾਰੀ ਸਾਨੂੰ ਕਿੱਦਾਂ ਕਰਨੀ ਚਾਹੀਦੀ ਆ। ਜੋ ਵੀ ਕੋਈ ਸਾਡੇ ਘਰ ਦੇ ਵਿੱਚ ਆ ਗਿਆ ਅਸੀਂ ਉਹਦੀ ਪੂਰੀ ਇੱਜ਼ਤ ਕਰਨੀ ਆ, ਮੱਥੇ ਤੇ ਵੱਟ ਨਹੀਂ ਪਾਉਣਾਗਾ, ਇਹ ਸੋਚ ਕੇ ਕਿ ਅੱਜ ਸਾਡੇ ਘਰ ਦੇ ਵਿੱਚ ਕੋਈ ਸਵਰਗਦੂਤ ਆਇਆ ਵਾ। ਹਰ ਇੱਕ ਆਦਮੀ ਨਾਲ ਇੱਕ ਸਵਰਗਦੂਤ ਆ। ਆਮੀਨ। ਤੀਸਰਾ, ਬੰਦੂਆਂ ਨੂੰ ਚੇਤੇ ਰੱਖਣਾ। ਬੰਦੂ ਮੈਂ ਤੁਹਾਨੂੰ ਦੱਸੇ ਜਿਹੜੇ ਕੈਦੀ ਆ, ਉਹ ਬੰਦੂ ਜੋ ਬੰਧਨਾਂ ਦੇ ਵਿੱਚ ਆ। ਇੱਕ ਤਾਂ ਅਸੀਂ ਸੋਚਦੇ ਆ ਕਿ ਜੇਲ੍ਹਾਂ ਦੇ ਵਿੱਚ ਆ ਸਭ ਤੋਂ ਵੱਡੇ। ਅੱਜ ਬਹੁਤ ਸਾਰੇ ਦੋ ਤਰ੍ਹਾਂ ਦੇ ਬੰਧਨਾਂ ਤੇ ਇੱਕ ਬੰਧਨ ਕਿੱਦਾਂ ਦਾ ਵਾ ਕਿ ਜਿਹੜਾ ਸ਼ੈਤਾਨ ਦੇ ਬੰਧਨ ਦੇ ਵਿੱਚ। ਅਸੀਂ ਆਪਣੇ ਜੀਵਨ ਨੂੰ ਚੇਤੇ ਰੱਖਣਾ। ਜਦੋਂ ਮੈਂ ਸ਼ੈਤਾਨ ਦੇ ਬੰਧਨ ਦੇ ਵਿੱਚ ਸੀ, ਮੇਰੇ ਜੀਵਨ ਦੇ ਵਿੱਚ ਨਸ਼ਾ ਸੀ, ਮੇਰੇ ਜੀਵਨ ਦੇ ਵਿੱਚ ਲੜਾਈ ਝਗੜਾ ਸੀ, ਪੈਸੇ ਦੇ ਵਿੱਚ ਬਰਕਤ ਨਹੀਂ ਸੀ, ਘਰ ਦੇ ਵਿੱਚ ਕਲੇਸ਼ ਸੀ। ਪਰ ਜਦੋਂ ਧੰਨਵਾਦ ਉਸ ਭੈਣ ਦਾ ਜਿਹਨੇ ਮੈਨੂੰ ਪ੍ਰਭੂ ਦੇ ਬਾਰੇ ਦੱਸਿਆ, ਤੇ ਮੈਂ ਉਸ ਭੈਣ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਜਦੋਂ ਉਹਨਾਂ ਨੇ ਸਾਡੇ ਵਾਸਤੇ ਪ੍ਰਾਰਥਨਾ ਕੀਤੀ, ਰੱਬ ਦੇ ਦਾਸਾਂ ਨੇ ਪ੍ਰਾਰਥਨਾ ਕੀਤੀ, ਮੈਂ ਸ਼ੈਤਾਨ ਦੇ ਬੰਧਨ ਤੋਂ ਛੁਟਕਾਰਾ ਪਾਇਆ। ਅੱਜ ਪਰਮੇਸ਼ਰ ਦਾ ਧੰਨਵਾਦ, ਅੱਜ ਪ੍ਰਭੂ ਨੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਛੱਡੀ। ਆਮੀਨ। ਅਗਲਾ ਵਾ ਚੌਥਾ ਪੁਆਇੰਟ ਕੀ ਸੀਗਾ? ਵਿਆਹ। ਵਿਆਹ ਸਭਨਾਂ ਨਾਲੋਂ ਆਦਰਯੋਗ ਗਿਣਿਆ ਜਾਣਾ ਚਾਹੀਦਾ ਵਾ। ਜਿਹੜਾ ਸਾਡਾ ਵਿਆਹ ਵਾ, ਜਿੱਦਾਂ ਬਾਈਬਲ ਦੇ ਮੁਤਾਬਕ ਹੀ ਸਾਡਾ ਵਿਆਹ ਹੋਣਾ ਬਹੁਤ ਜ਼ਰੂਰੀ ਆ। ਅਗਰ ਅਸੀਂ ਆਪਣੀ ਮਰਜ਼ੀ ਨਾਲ, ਆਪਣੀ ਇੱਛਾ ਦੇ ਨਾਲ ਬਾਈਬਲ ਤੋਂ ਅਲੱਗ ਹੋ ਕੇ ਅਸੀਂ ਮੈਰਿਜ ਕਰਵਾ ਰਹੇ ਹਾਂ, ਫਿਰ ਉਸ ਮੈਰਿਜ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਆਉਂਦੀਆਂ। ਅੱਜ ਤੁਸੀਂ ਕਚਹਿਰੀਆਂ ਦੇ ਵਿੱਚ ਜਾ ਕੇ ਵੇਖੋਗੇ, ਬਹੁਤ ਸਾਰੇ ਲੋਕ ਤਲਾਕ ਮੰਗਦੇ ਆ। ਬੜੀਆਂ ਇਦਾਂ ਦੀਆਂ ਖਬਰਾਂ ਸੁਣੀ ਦੀਆਂ ਵਾ ਕਿ ਉਹਨਾਂ ਦੇ ਮਹੀਨਾ 2 ਮਹੀਨੇ ਬਾਅਦ ਘਰ 'ਚ ਕਲੇਸ਼ ਪੈ ਜਾਂਦਾ ਵਾ। ਫਿਰ ਉਹਨਾਂ ਦੀ ਅੱਧਿਓਂ ਜ਼ਿਆਦਾ ਜ਼ਿੰਦਗੀ ਕਚਹਿਰੀਆਂ ਦੇ ਵਿੱਚ ਨਿਕਲ ਜਾਂਦੀ ਆ। ਤੇ ਪਰ ਅਗਰ ਜੇ ਤੁਸੀਂ ਪਰਮੇਸ਼ਰ ਦੇ ਇੱਛਾ ਮੁਤਾਬਕ ਵਿਆਹ ਕਰਾਓਗੇ, ਪਰਮੇਸ਼ਰ ਨੇ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਆਸ਼ੀਸ਼ ਦਵਾਂਗਾ। ਆਮੀਨ। ਤੇ ਪੰਜਵੀਂ ਗੱਲ ਅਸੀਂ ਸਿੱਖੀ ਸੀ ਕਿ ਮਾਇਆ ਦੇ ਲੋਭ ਤੋਂ ਕੀ ਕਰਨਾ ਵਾ? ਬਚ ਕੇ ਰਹਿਣਾ। ਜੋ ਵੀ ਕੁਝ ਸਾਡੇ ਕੋਲ ਹੈ ਉਹਦੇ ਲਈ ਖੁਦਾ ਦਾ ਧੰਨਵਾਦ ਕਰੋ। ਤੇ ਪਰਮੇਸ਼ਰ ਨੇ ਵਾਅਦਾ ਕੀਤਾ, ਮੈਂ ਨਾ ਤਾਂ ਤੁਹਾਨੂੰ ਕਦੇ ਛੱਡਾਂਗਾ ਤੇ ਨਾ ਕਦੇ ਤਿਆਗਾਂਗਾ। ਪਰਮੇਸ਼ਰ ਇਹ ਨਹੀਂ ਚਾਹੁੰਦਾ ਕਿ ਉਹਦੇ ਬੱਚੇ ਕੀ ਕਰਨ? ਗਰੀਬ ਰਹਿਣ ਜਾਂ ਉਹ ਕਿਸੇ ਕੋਲੋਂ ਮੰਗਣ। ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਕੀ। ਪਰਮੇਸ਼ਰ ਕੀ ਚਾਹੁੰਦਾ ਵਾ? ਪਰਮੇਸ਼ਰ ਤੁਹਾਨੂੰ ਚੰਗੀਆਂ ਚੀਜ਼ਾਂ ਦੇਣੀਆਂ ਚਾਹੁੰਦਾ ਵਾ। ਇਸੇ ਤਰ੍ਹਾਂ ਅੱਗੇ ਅਸੀਂ ਅਗਲਾ ਪੁਆਇੰਟ ਸਿੱਖਿਆ ਸੀ, ਅਸੀਂ ਆਪਣੇ ਅਗੂਆਂ ਨੂੰ ਕੀ ਕਰਨਾ ਵਾ? ਚੇਤੇ ਰੱਖਣਾ। ਜੋ ਪਰਮੇਸ਼ਰ ਨੇ ਸਾਨੂੰ ਅਗੂਆ ਦੇ ਦਿੱਤਾ, ਉਸ ਅਗੂਏ ਦੀ ਅਸੀਂ ਆਗਿਆਕਾਰੀ ਕਰਨੀ ਆ, ਉਹਦੇ ਅਧੀਨ ਰਹਿਣਾ ਵਾ। ਤੇ ਉਹ ਸਾਡੇ ਲਈ ਖੁਸ਼ ਹੋ ਕੇ ਦੁਆ ਕਰੇ ਤਾਂ ਸਾਨੂੰ ਬੈਨੀਫਿਟ ਹੋਵੇਗਾ। ਅਗਰ ਉਹ ਸਾਡੇ ਲਈ ਦੁਖੀ ਹੋ ਕੇ ਰੋ ਕੇ ਪ੍ਰਾਰਥਨਾ ਕਰਦਾ ਵਾ ਤੇ ਉਹਦਾ ਸਾਨੂੰ ਕੋਈ ਵੀ ਲਾਭ ਨਹੀਂ ਹੋਵੇਗਾ। ਇਸੇ ਤਰ੍ਹਾਂ ਅਗਲਾ ਪੁਆਇੰਟ ਹੈਗਾ ਵਾ, ਜਦੋਂ ਅਸੀਂ ਇਹਦਾ 8 ਵਚਨ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਯਿਸੂ ਮਸੀਹ ਕੱਲ ਅਤੇ ਅੱਜ ਤੇ ਜੁਗੋ ਜੁਗ ਇੱਕੋ ਜਿਹਾ ਪਰਮੇਸ਼ਵਰ ਆ। ਕਹਿੰਦਾ ਯਿਸੂ ਮਸੀਹ ਬਹੁਤ ਸਾਰੇ ਆਗੂ ਆਏ। ਉਹ ਕੀ ਕੀਤਾ? ਜਦੋਂ ਆਗੂ ਆਏ, ਉਹਨਾਂ ਨੇ ਥੋੜੇ ਸਮੇਂ ਬਾਅਦ ਉਹ ਸੰਸਾਰ ਨੂੰ ਛੱਡ ਕੇ ਚਲੇ ਗਏ। ਪਹਿਲੇ ਬਹੁਤ ਸਾਰੇ ਆਗੂਏ ਸੀਗੇ ਜਿਹੜੇ ਸਾਨੂੰ ਛੱਡ ਕੇ ਚਲੇ ਗਏ, ਪਰ ਯਿਸੂ ਮਸੀਹ ਆ ਜੋ ਹਮੇਸ਼ਾ ਦੇ ਲਈ ਸਾਡਾ ਇੱਕ ਵਿਚੋਲਾ ਬਣ ਕੇ ਸਾਡੀ ਇੱਕ ਵਿਚੋਲਗਰੀ ਕਰਦਾ, ਹਰ ਰੋਜ਼ ਸਾਡੇ ਲਈ ਉਹ ਦੁਆ ਕਰਦਾ ਵਾ। ਆਮੀਨ। ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਕੀ। ਇਸੇ ਤਰ੍ਹਾਂ ਅੱਗੇ ਤੁਸੀਂ ਲਿਖਿਆ ਵਾ ਕਿ ਤੁਸੀਂ ਰੰਗ ਬਰੰਗੀਆਂ ਤੇ ਓਪਰੀਆਂ ਸਿੱਖਿਆ ਨਾਲ ਭਰਮਾਏ ਨਾ ਜਾਇਓ। ਕਿਤੇ ਜਿਹੜੀ ਤੁਹਾਡੇ ਮਨ ਦੀ ਕਿਰਪਾ ਨਾਲ ਕਿਤੇ ਇਹ ਨਾ ਆਵੇ। ਕਹਿੰਦਾ ਜਿਹੜਾ ਤੁਹਾਡਾ ਮਨ ਕਿਹਦੇ ਨਾਲ ਤਕੜਾ ਹੋਣਾ ਚਾਹੀਦਾ ਵਾ? ਭੋਜਨ ਦੇ ਨਾਲ ਨਹੀਂ ਹੋਣਾ ਚਾਹੀਦਾ। ਪਰਮੇਸ਼ਰ ਦੀ ਕਿਰਪਾ ਦੇ ਨਾਲ ਤੁਹਾਡੇ ਮਨ ਤਕੜੇ ਹੋਣੇ ਚਾਹੀਦੇ। ਅੱਜ ਵੀ ਬਹੁਤ ਸਾਰੇ ਲੋਕਾਂ ਦੇ ਮਨ ਭਟਕਦੇ ਆ। ਅੱਜ ਤੁਸੀਂ ਬੜੇ ਰੱਬ ਦੇ ਦਾਸਾਂ ਦਾ ਪ੍ਰਚਾਰ ਸੁਣੋਗੇ। ਉਹ ਪ੍ਰਚਾਰ ਸੁਣ ਕੇ ਸਾਨੂੰ ਕੀ ਲੱਗਦਾ ਵਾ? ਕਈ ਵਾਰੀ ਵਿਸ਼ਵਾਸੀ ਨੂੰ ਇਹ ਨਹੀਂ ਪਤਾ ਲੱਗਦਾ ਕਿ ਕੌਣ ਸਹੀ ਬੋਲ ਰਿਹਾ ਤੇ ਕੌਣ ਗਲਤ ਬੋਲ ਰਿਹਾ। ਅੱਜ ਬਹੁਤ ਸਾਰੇ ਇਦਾਂ ਦੇ YouTube ਤੇ Facebook ਤੇ ਵੇਖੋਗੇ, ਕੋਈ ਕਿਸੇ ਦੀ ਨਿੰਦਿਆ ਕਰੀ ਜਾਂਦਾ, ਕੋਈ ਕਿਸੇ ਨੂੰ ਭੰਡੀ ਜਾਂਦਾ, ਕੋਈ ਕਿਸੇ ਨੂੰ ਕੁਛ ਕਹੀ ਜਾਂਦਾ। ਉਹਨਾਂ ਵਿੱਚੋਂ ਇਹ ਨਹੀਂ ਪਤਾ ਲੱਗਦਾ ਸਹੀ ਕੌਣ ਆ ਗਲਤ ਕੌਣ ਆ। ਅਸੀਂ ਓਪਰੀਆਂ ਸਿੱਖਿਆ ਦੇ ਵਿੱਚ ਨਹੀਂ ਫਸਣਾ। ਬਾਈਬਲ ਦੇ ਵਿੱਚ ਕੀ ਲਿਖਿਆ? ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖਣਾ। ਤੁਸੀਂ ਰੰਗ ਬਰੰਗੀਆਂ ਤੇ ਓਪਰੀਆਂ ਸਿੱਖਿਆ ਨਾਲ ਭਰਮਾਏ ਨਾ ਜਾਇਓ। ਕਿਉਂ? ਜੋ ਚੰਗਾ ਇਹ ਭਾਈ ਤੁਹਾਡਾ ਮਨ ਕਿਰਪਾ ਦੇ ਨਾਲ ਤਕੜਾ ਹੋਣਾ ਚਾਹੀਦਾ, ਨਾ ਕਿ ਭੋਜਨ ਦੇ ਨਾਲ। ਬੋਲ ਹਾਲੇਲੂਇਆ। ਬੋਲੋ ਪ੍ਰਭੂ ਯਿਸੂ ਮਸੀਹ ਕੀ। ਇਸੇ ਤਰ੍ਹਾਂ ਅੱਗੇ ਇੱਕ ਜਗਵੇਦੀ ਦੇ ਬਾਰੇ ਲਿਖਿਆ, ਜਿਹੜੀਆਂ ਅਸੀਂ ਭੇਟਾਂ ਚੜਾਉਂਦੇ ਆ। ਪਿਛਲੇ ਸਮੇਂ ਦੇ ਵਿੱਚ ਭੇਟਾਂ ਲੋਕ ਚੜਾਉਂਦੇ ਸੀਗੇ, ਅਲੱਗ-ਅਲੱਗ ਤਰ੍ਹਾਂ ਦੀਆਂ ਭੇਟਾਂ ਸੀਗੀਆਂ। ਪਰ ਪ੍ਰਭੂ ਕਿੱਦਾਂ ਦੇ ਬਲੀਦਾਨ ਨੂੰ ਚਾਹੁੰਦਾ ਵਾ, ਤੁਸੀਂ ਇਹਨੂੰ ਪੜ੍ਹ ਸਕਦੇ ਆ। ਪਰ ਮੈਂ 15 ਵਚਨ ਪੜਾਂਗਾ
ਇਹਦੇ ਵਿੱਚ 15 ਵਚਨ ਨੂੰ ਬੜੇ ਧਿਆਨ ਦੇ ਨਾਲ ਸੁਣਨਾ। ਸੋ ਅਸੀਂ ਉਹਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦੇ ਫਲ ਜਿਹੜੇ ਉਹਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ਰ ਦੇ ਅੱਗੇ ਸਦਾ ਚੜਾਇਆ ਕਰੋ। ਪਰਮੇਸ਼ਰ ਸਾਡੇ ਕੋਲ ਕਿੱਦਾਂ ਦਾ ਬਲੀਦਾਨ ਚਾਹੁੰਦਾ ਵਾ? ਬੋਲ ਹਾਲੇਲੂਇਆ, ਬੋਲ ਪ੍ਰਭੂ ਯਿਸੂ ਮਸੀਹ ਕੀ। ਪੁਰਾਣੇ ਸਮੇਂ ਵਿੱਚ ਬਹੁਤ ਸਾਰੇ ਲੋਕ ਪਸ਼ੂਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸੀ। ਅੱਜ ਵੀ ਅਲੱਗ-ਅਲੱਗ ਤਰੀਕੇ ਨਾਲ ਬਹੁਤ ਸਾਰੇ ਮਸੀਹ ਲੋਕ ਵੀ ਕਾਫੀ ਬਲੀਆਂ ਦੇ ਰਹੇ ਆ। ਇਹਦਾ ਪ੍ਰਭਾਵ ਹਮੇਸ਼ਾ ਬਣਿਆ ਰਹੇਗਾ। ਅਸੀਂ ਮਸੀਹ ਦੇ ਕੋਲ ਪਰਮੇਸ਼ਰ ਨੂੰ ਚੜਾਉਣ ਦੇ ਲਈ ਸਾਡੇ ਕੋਲ ਇੱਕ ਬਲੀਦਾਨ ਆ। ਉਹ ਕਿਹੜਾ ਬਲੀਦਾਨ ਆ? ਸਾਨੂੰ ਪਤਾ ਹੋਣਾ ਚਾਹੀਦਾ। ਜਿਹਦੇ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ। ਆਤਮਿਕ ਬਲੀਦਾਨ ਦੇ ਬਾਰੇ ਪਤਰਸ ਨੇ ਕਿਹਾ ਵਾ। ਅਸੀਂ ਕੀ ਕਰਨਾ ਵਾ? ਆਤਮਿਕ ਬਲੀਦਾਨ ਪਰਮੇਸ਼ਰ ਨੂੰ ਚੜਾਉਣਾ ਵਾ। ਆਤਮਿਕ ਬਲੀਦਾਨ ਕੀ ਆ ਉਹਦੇ ਬਾਰੇ ਵੀ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਆ। ਸਿਰਫ ਪਰਮੇਸ਼ਰ ਸਾਡੇ ਕੋਲ ਇੱਕ ਤਾਰੀਫ ਦਾ ਬਲੀਦਾਨ, ਧੰਨਵਾਦ ਦਾ ਬਲੀਦਾਨ ਪਰਮੇਸ਼ਰ ਚਾਹੁੰਦਾ ਵਾ। ਤੇ ਲੋਕ ਬੱਕਰਾ ਚੜਾਉਣ, ਜੋ ਕੁਛ ਮਰਜ਼ੀ ਕਰਨ। ਅਗਰ ਤੁਸੀਂ ਪਰਮੇਸ਼ਰ ਦੀ ਤਾਰੀਫ ਕਰ ਦਿੱਤੀ, ਪਰਮੇਸ਼ਰ ਦਾ ਧੰਨਵਾਦ ਕਰ ਦਿੱਤਾ, ਸਾਡੀ ਬਲੀ ਚੜਾਏਗੀ। ਇਹਦੇ ਵਿੱਚ ਕੀ ਲਿਖਿਆ? 15 ਵਚਨ ਦੇ ਵਿੱਚ ਲਿਖਿਆ, ਸੋ ਅਸੀਂ ਉਹਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦੇ ਫਲ ਜਿਹੜੇ ਉਹਦੇ ਨਾਮ ਨੂੰ ਲੈਂਦੇ ਆ ਪਰਮੇਸ਼ਰ ਦੇ ਅੱਗੇ ਹਮੇਸ਼ਾ ਚੜਾ ਕਰਨ, ਸਦਾ ਚੜਾ ਕਰਨ। ਇਹ ਨਹੀਂ ਵੀ ਇੱਕ ਦਿਨ ਹੀ ਸਿਰਫ ਅਸੀਂ ਉਹਦਾ ਧੰਨਵਾਦ ਕਰਨਾ, ਸਦਾ ਧੰਨਵਾਦ ਕਰਦੇ ਰਹਿਣਾ। ਪ੍ਰਭੂ ਤੇਰਾ ਧੰਨਵਾਦ, ਤੇਰਾ ਸ਼ੁਕਰ ਆ ਪ੍ਰਭੂ, ਤੇਰੀ ਤਾਰੀਫ ਪ੍ਰਭੂ, ਤੂੰ ਮਹਿਮਾ ਦੇ ਯੋਗ ਆ, ਤੂੰ ਵਡਿਆਈ ਦੇ ਯੋਗ ਆ। ਆਮੀਨ। ਇਸੇ ਤਰ੍ਹਾਂ ਬਾਈਬਲ ਦੇ ਵਿੱਚ ਕੀ ਅੱਗੇ ਲਿਖਿਆ, ਜਦੋਂ ਅਸੀਂ ਇਹਦਾ 16 ਵਚਨ ਪੜ੍ਹਦੇ ਹਾਂ, ਕਹਿੰਦਾ ਭਲਾ ਕਰਨ ਨੂੰ ਤੁਸੀਂ ਅੱਕ ਨਾ ਜਾਇਓ, ਉਪਕਾਰ ਕਰਨਾ ਭੁੱਲ ਨਾ ਜਾਇਓ, ਕਿਉਂਕਿ ਅਜਿਹੇ ਬਲੀਦਾਨਾਂ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਕਿੱਦਾਂ ਦੇ ਪਰਮੇਸ਼ਰ ਨੂੰ ਬਲੀਦਾਨ ਚਾਹੀਦੇ ਆ? ਪਰਮੇਸ਼ਰ ਨੂੰ ਅੱਜ ਇਦਾਂ ਦੇ ਬਲੀਦਾਨ ਨਹੀਂ ਚਾਹੀਦੇ। ਅਲੱਗ-ਅਲੱਗ ਲੋਕਾਂ ਦੀ ਸੋਚ ਆ ਕਿ ਇਦਾਂ ਦਾ ਬਲੀਦਾਨ ਦਿਓ। ਬਹੁਤ ਸਾਰੇ ਲੋਕ ਅਲੱਗ-ਅਲੱਗ ਤਰੀਕੇ ਨਾਲ ਸੋਚਦੇ ਹੋ। ਤੇ ਪਰ ਸਾਡਾ ਪਰਮੇਸ਼ਰ ਕਿੱਦਾਂ ਦਾ ਬਲੀਦਾਨ ਚਾਹੁੰਦਾ? ਉਹ ਕਹਿੰਦਾ ਸਿਰਫ ਤੂੰ ਆਪਣੇ ਮੂੰਹ ਤੋਂ, ਆਪਣੇ ਬੁੱਲਾਂ ਤੋਂ ਸਾਨੂੰ ਇੱਕ ਬਲੀਦਾਨ ਪਰਮੇਸ਼ਰ ਮੰਗਦਾ, ਸਿਰਫ ਧੰਨਵਾਦ ਦੀ, ਤਾਰੀਫ ਦੀ ਭੇਟ ਮੰਗਦਾ। ਜਦੋਂ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਪ੍ਰਭੂ ਦੀ ਤਾਰੀਫ ਕਰਦੇ ਹਾਂ, ਪ੍ਰਭੂ ਦਾ ਨਾਮ ਜਿੰਨਾ ਤੁਸੀਂ ਉੱਚਾ ਕਰੋਗੇ ਉਹਨਾਂ ਖੁਦਾ ਤੁਹਾਨੂੰ ਉੱਚਾ ਕਰੀ ਜਾਏਗਾ। ਆਮੀਨ, ਹਾਲੇਲੂਇਆ। ਇਹਦੇ ਵਿੱਚ ਅਸੀਂ ਸਿੱਖ ਰਹੇ ਹਾਂ ਇੱਕ ਵਿਸ਼ਵਾਸੀ ਨੂੰ ਮਸੀਹ ਜੀਵਨ ਕਿੱਦਾਂ ਦਾ ਜਿਉਣਾ ਚਾਹੀਦਾ ਵਾ। ਇਹਦੇ ਵਿੱਚ ਅਸੀਂ ਬਹੁਤ ਸਾਰੇ ਪੁਆਇੰਟਾਂ ਨੂੰ ਸਿੱਖਿਆ। ਪਹਿਲਾ ਪੁਆਇੰਟ ਅਸੀਂ ਸਿੱਖਿਆ ਪ੍ਰੇਮ ਦੇ ਬਾਰੇ। ਦੂਸਰਾ ਅਸੀਂ ਪ੍ਰਾਹੁਣਚਾਰੀ ਕਿੱਦਾਂ ਕਰਨੀ ਆ। ਤੀਸਰਾ ਅਸੀਂ ਸਿੱਖਿਆ ਕੈਦੀਆਂ ਨੂੰ ਬੰਦੀਆਂ ਦੇ ਵਿੱਚ ਛਡਾਉਣਾ ਵਾ। ਚੌਥਾ ਅਸੀਂ ਵਿਆਹ ਦੇ ਬਾਰੇ ਸਿੱਖਿਆ। ਪੰਜਵਾਂ ਅਸੀਂ ਮਾਇਆ ਦੇ ਬਾਰੇ ਸਿੱਖਿਆ ਕਿ ਮਾਇਆ ਤੋਂ ਜੋ ਕੁਛ ਆ ਸਾਡੇ ਕੋਲ ਸੰਤੁਸ਼ਟ ਰਹਿਣਾ ਵਾ। ਤੇ ਫਿਰ ਅਸੀਂ ਸਿੱਖਿਆ ਆਗੂਆਂ ਦੇ ਬਾਰੇ ਸਿੱਖਿਆ। ਤੇ ਫਿਰ ਅਸੀਂ 8ਵੇਂ ਪੁਆਇੰਟ ਦੇ ਵਿੱਚ ਸਿੱਖਿਆ ਕਿ ਯਿਸੂ ਮਸੀਹ ਅੱਜ ਕੱਲ੍ਹ ਤੇ ਜੁਗੋ ਜੁਗ ਇੱਕੋ ਜਿਹਾ ਪਰਮੇਸ਼ਰ ਆ। ਜੋ ਪਰਮੇਸ਼ਰ ਨੂੰ ਪਹਿਲਾਂ ਚਾਹੀਦਾ ਸੀ, ਜਿਸ ਤੋਂ ਪਰਮੇਸ਼ਰ ਪਹਿਲਾਂ ਪਰੇਸ਼ਾਨ ਹੁੰਦਾ ਸੀ, ਅੱਜ ਵੀ ਪਰਮੇਸ਼ਰ ਉਹ ਚੀਜ਼ ਤੋਂ ਹੀ ਖੁਸ਼ ਹੁੰਦਾ ਵਾ। ਆਮੀਨ, ਬੋਲਾ ਹਾਲੇਲੂਇਆ। ਫਿਰ ਅਸੀਂ ਸਿੱਖਿਆ ਕਿ ਪਰਮੇਸ਼ਰ ਨੂੰ ਕੀ ਚਾਹੀਦਾ ਵਾ? ਕਿ ਸਾਡੇ ਹੋਠਾਂ ਦਾ ਬਲੀਦਾਨ ਚਾਹੀਦਾ ਵਾ। ਬਲੀਦਾਨ ਕੀ ਆ? ਅਸੀਂ ਸਿਰਫ ਪਰਮੇਸ਼ਰ ਦੀ ਸਤੁਤੀ ਕਰਨੀ ਆ, ਉਹਦੀ ਮਹਿਮਾ ਕਰਨੀ ਆ, ਉਹਦੀ ਉਸਤਤ ਕਰਨੀ ਆ, ਪਰਮੇਸ਼ਰ ਨੂੰ ਧੰਨਵਾਦ ਦੇਣਾ। ਪਰਮੇਸ਼ਰ ਇਦਾਂ ਦੇ ਬਲੀਦਾਨਾਂ ਨੂੰ ਚਾਹੁੰਦਾ। ਇੱਕ ਮੈਂ ਲਾਸਟ ਵਚਨ ਨੂੰ ਪੜਾਂਗਾ, 21 ਵਚਨ ਅਸੀਂ ਪੜਾਂਗੇ। ਤੁਹਾਨੂੰ ਹਰੇਕ ਭਲੇ ਕੰਮ ਦੇ ਵਿੱਚ ਸੰਪੂਰਨ ਕਰੇ। ਅਗਰ ਸਾਡੇ ਜੀਵਨ ਦੇ ਵਿੱਚ ਇਹ ਗੱਲਾਂ ਵਾ ਤਾਂ ਸਾਡਾ ਜਿਹੜਾ ਜੀਵਨ ਕੀ ਹੋ ਜਾਊਗਾ ਪਰਮੇਸ਼ਰ ਦੇ ਅੱਗੇ। ਤੁਹਾਨੂੰ ਹਰੇਕ ਭਲੇ ਕੰਮ ਦੇ ਵਿੱਚ ਸੰਪੂਰਨ ਕਰੇ। ਭਾਈ ਤੁਸੀਂ ਉਹਦੀ ਇੱਛਾ ਨੂੰ ਪੂਰੀਆਂ ਕਰੋ ਅਤੇ ਜੋ ਕੁਝ ਉਹਨੂੰ ਪਾਉਂਦਾ ਹੈ ਉਹ ਸਾਡੇ ਵਿੱਚ ਯਿਸੂ ਮਸੀਹ ਦੇ ਰਾਹੀਂ ਜਿਹਦੀ ਵਡਿਆਈ ਜੁਗਣ ਜੁਗਣ ਹੁੰਦੀ ਰਹੇ। ਆਮੀਨ। ਅਗਰ ਸਾਡੇ ਜੀਵਨ ਦੇ ਵਿੱਚ ਇਹ ਪੁਆਇੰਟ ਹੈ, ਇਹ ਸਾਡੇ ਜੀਵਨ ਦੇ ਵਿੱਚ ਕੰਮ ਹੈ, ਤਾਂ ਪਰਮੇਸ਼ਰ ਦੀ ਵਡਿਆਈ ਕਿੰਨਾ ਟਾਈਮ ਹੁੰਦੀ ਰਹੂਗੀ? ਜੁਗਣ ਜੁਗ, ਸਦਾ ਲਈ ਪਰਮੇਸ਼ਰ ਦੀ ਵਡਿਆਈ ਹੋਵੇਗੀ। ਅਗਰ ਸਾਡੇ ਜੀਵਨ ਵਿੱਚ ਇਹ ਨਹੀਂ ਹੈ ਤਾਂ ਫਿਰ ਤਾਂ ਲੋਕ ਸਾਨੂੰ ਇੱਕੋ ਹੀ ਗੱਲ ਕਹਿਣਗੇ, ਆਹ ਮਸੀਹ ਬੰਦੇ ਆ, ਇਦਾਂ ਦੇ ਮਸੀਹ ਬੰਦੇ ਹੁੰਦੇ ਆ। ਅੱਜ ਵੀ ਬਹੁਤ ਲੋਕਾਂ ਕੋਲੋਂ ਗੱਲਾਂ ਸੁਣਨੀਆਂ ਪੈਂਦੀਆਂ ਵਾ। ਅੱਜ ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵਾਂ, ਬਾਈਬਲ ਨੂੰ ਅੱਛੇ ਤਰੀਕੇ ਨਾਲ ਸਿੱਖਣ ਦੀ ਕੋਸ਼ਿਸ਼ ਕਰੋ। ਬਾਈਬਲ ਨੂੰ ਅੱਛੇ ਤਰੀਕੇ ਦੇ ਨਾਲ ਪੜ੍ਹੋ। ਇੱਕ ਮਸੀਹ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇਸ ਅਧਿਆਏ ਨੂੰ ਬਾਰ-ਬਾਰ ਪੜ੍ਹੋ। ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਅਧਿਆਏ ਆ, ਇਹਨੂੰ ਬਾਰ-ਬਾਰ ਤੁਸੀਂ ਪੜ੍ਹੋਗੇ, ਪਰਮੇਸ਼ਰ ਤੁਹਾਡੇ ਨਾਲ ਕਈ ਤਰੀਕੇ ਨਾਲ ਗੱਲਬਾਤ ਕਰੇਗਾ। ਅੱਜ ਵੀ ਜਦੋਂ ਇਸ ਬਚਨਾਂ ਨੂੰ ਤੁਸੀਂ ਸੁਣੋਗੇ, ਹਰੇਕ ਜਨ ਆਪੋ ਆਪਣੇ ਤਰੀਕੇ ਨਾਲ ਇਹਨਾਂ ਦੇ ਅਰਥ ਕੱਢ ਰਿਹਾ, ਪਰ ਇਹਨਾਂ ਨੂੰ ਅਸੀਂ ਅੱਗੇ ਪਿੱਛੇ ਮਿਲਾ ਕੇ ਵੇਖਣਾ। ਇਹਦੇ ਵਿੱਚ ਮੈਂ ਥੋੜਾ ਦੁਬਾਰਾ ਫੇਰ ਰਿਪੀਟ ਕਰਨਾ ਚਾਹੁੰਦਾ ਵਾਂ। ਜਿੱਦਾਂ ਪਹਿਲਾ ਭਰਪਣ ਦਾ ਪ੍ਰੇਮ,
ਬਣਿਆ ਰਹੇ। ਮਤਲਬ ਕਿ ਇੱਕ ਭਾਈਚਾਰੇ ਦਾ ਸਾਡੇ ਵਿੱਚ ਪ੍ਰੇਮ ਬਣਿਆ ਰਹਿਣਾ ਚਾਹੀਦਾ। ਤੇ ਅੱਗੇ ਇੱਕ ਗੀਤ ਗਾਉਂਦੇ ਹੁੰਦੇ ਆ, ਉਹਦੇ ਵਿੱਚ ਕੀ ਆ, ਜੇ ਤੇਰੇ ਵਿੱਚ ਪ੍ਰੇਮ ਨਹੀਂ ਬੰਦਿਆ ਤੂੰ ਨਰਕਾਂ ਨੂੰ ਜਾਵੇਂਗਾ। ਕਹਿੰਦਾ ਭਾਵੇਂ ਤੂੰ ਸਵਰਗੀ ਦੂਤਾਂ ਦੀਆਂ ਬੋਲੀਆਂ ਬੋਲੇ, ਭਾਲਾਂ ਤੂੰ ਭੇਦ ਵੀ ਦਿਲਾਂ ਦੇ ਖੋਲੇ, ਤੇ ਇੱਥੇ ਤੱਕ ਲਿਖਿਆ ਕਿ ਤੂੰ ਵੱਡੇ ਵੱਡੇ ਕੰਮ ਵੀ ਕਰੇ, ਤੇ ਪਰ ਅਗਰ ਜੇ ਤੇਰੇ ਵਿੱਚ ਪ੍ਰੇਮ ਨਹੀਂ ਤੇ ਸਾਰਾ ਕੁਝ ਵਿਅਰਥ ਆ। ਸਾਡੇ ਅੰਦਰ ਇਦਾਂ ਦਾ ਪ੍ਰੇਮ ਹੋਣਾ ਚਾਹੀਦਾ। ਕਿੱਦਾਂ ਦਾ ਪ੍ਰੇਮ ਹੋਣਾ ਚਾਹੀਦਾ? ਯਿਸੂ ਮਸੀਹ ਨੇ ਸਾਨੂੰ ਪਹਿਲੀ ਆਗਿਆ ਕਿੱਦਾਂ ਦੀ ਦਿੱਤੀ ਸੀ ਕਿ ਯਿਸੂ ਮਸੀਹ ਨੇ ਸਾਨੂੰ ਇਹੀ ਆਗਿਆ ਦਿੱਤੀ ਸੀ, ਕਹਿੰਦਾ ਮੈਂ ਤੁਹਾਨੂੰ ਇੱਕ ਨਵੀਂ ਆਗਿਆ ਦਿੰਦਾ, ਤੁਸੀਂ ਇੱਕ ਦੂਸਰੇ ਨਾਲ ਪਿਆਰ ਕਰੋ। ਸਿਰਫ ਯਿਸੂ ਮਸੀਹ ਨੇ ਸਾਨੂੰ ਕੱਲੀਆਂ ਆਗਿਆ ਨਹੀਂ ਦਿੱਤੀਆਂ, ਯਿਸੂ ਮਸੀਹ ਨੇ ਸਾਡੇ ਨਾਲ ਪਿਆਰ ਕੀਤਾ। ਪ੍ਰਭੂ ਯਿਸੂ ਮਸੀਹ ਨੇ ਸਾਡੇ ਨਾਲ ਕਿੱਦਾਂ ਦਾ ਪਿਆਰ ਕੀਤਾ? ਉਹਨੇ ਸਾਡੀ ਖਾਤਰ ਕੀ ਕਰ ਦਿੱਤੇ? ਆਪਣੇ ਪ੍ਰਾਣ ਦੇ ਦਿੱਤੇ, ਆਪਣਾ ਸਰੀਰ ਸਾਡੇ ਲਈ ਦੇ ਦਿੱਤਾ, ਆਪਣੀ ਜਾਨ ਸਾਡੇ ਲਈ ਦੇ ਦਿੱਤੀ। ਕੀ ਅੱਜ ਅਸੀਂ ਆਪਣੇ ਮਿੱਤਰਾਂ ਲਈ ਕੀ ਕਰ ਸਕਦੇ ਹਾਂ? ਆਪਣੇ ਰਿਸ਼ਤੇਦਾਰਾਂ ਲਈ ਕੀ ਕਰ ਸਕਦੇ ਹਾਂ? ਪ੍ਰਾਣ ਨਹੀਂ ਦੇ ਸਕਦੇ, ਤੁਸੀਂ ਕਹਿਣਾ ਬਹੁਤ ਸੌਖਾ ਵਾ, ਪਰ ਉਹਨਾਂ ਲਈ ਅਸੀਂ ਦੁਆ ਕਰ ਸਕਦੇ ਹਾਂ, ਉਹਨਾਂ ਲਈ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ, ਪਰਮੇਸ਼ਰ ਦਾ ਧੰਨਵਾਦ ਕਰ ਸਕਦੇ ਹਾਂ। ਪਹਿਲਾ ਪੁਆਇੰਟ ਕੀ ਆ? ਮੈਨੂੰ ਨੋਟ ਕਰਨਾ, ਲਗਾਤਾਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਕਿ ਪ੍ਰਭੂ ਸਾਡੇ ਤੇ ਕਿਰਪਾ ਕਰ, ਅਸੀਂ ਤੇਰੇ ਪ੍ਰੇਮ ਦੇ ਵਿੱਚ ਬਣੇ ਰਹੀਏ। ਜਿੱਦਾਂ ਇੱਕ ਆਤਮਾ ਦਾ ਫਲ ਪਹਿਲਾ ਹੀ ਕੀ ਆ? ਪ੍ਰੇਮ। ਅਗਰ ਜੇ ਤੁਹਾਡੇ ਅੰਦਰ ਪ੍ਰੇਮ ਨਹੀਂ, ਤੁਸੀਂ ਆਤਮਿਕ ਨਹੀਂ, ਤੁਸੀਂ ਸਰੀਰਕ ਹੋ। ਅਗਰ ਤੁਸੀਂ ਸਰੀਰਕ ਆ, ਬਾਈਬਲ ਦੇ ਵਿੱਚ ਲਿਖਿਆ ਸਰੀਰਕ ਬੰਦਾ ਪਰਮੇਸ਼ਰ ਨੂੰ ਕਦੇ ਵੀ ਖੁਸ਼ ਕਰ ਨਹੀਂ ਸਕਦਾ। ਆਤਮਿਕ ਬੰਦੇ ਤੋਂ ਪਰਮੇਸ਼ਰ ਖੁਸ਼ ਹੁੰਦਾ, ਨਾ ਕਿ ਸਰੀਰਕ ਤੋਂ। ਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੜ੍ਹ ਰਹੇ ਸੀ ਕਿ ਪਰਮੇਸ਼ਰ ਨੂੰ ਖੁਸ਼ ਕਰਨਾ, ਅਗਰ ਸਾਡੇ ਜੀਵਨ ਦੇ ਅੰਦਰ ਵਿਸ਼ਵਾਸ ਨਹੀਂ, ਅਸੀਂ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦੇ। ਅਸੀਂ ਪਰਮੇਸ਼ਰ ਨੂੰ ਖੁਸ਼ ਕਰਨਾ ਤੇ ਸਾਡੇ ਅੰਦਰ ਇੱਕ ਭਰੋਸਾ ਹੋਣਾ ਚਾਹੀਦਾ, ਅਸੀਂ ਪ੍ਰੇਮ ਦੇ ਵਿੱਚ ਬਣੇ ਰਹਿਣਾ। ਦੂਸਰਾ ਪੁਆਇੰਟ ਮੈਂ ਦੁਬਾਰਾ ਫੇਰ ਰਿਪੀਟ ਕਰ ਰਿਹਾ, ਪ੍ਰਾਹੁਣਚਾਰੀ ਕਰਨਾ ਨਾ ਭੁੱਲੋ, ਕਿਉਂ ਜੋ ਇਹ ਕਰਕੇ ਕਿੰਨਿਆਂ ਨੇ ਦੂਤਾਂ ਨੂੰ ਬਿਨਾਂ ਵਸਾਣੇ ਆਪਣੇ ਘਰ ਦੇ ਵਿੱਚ ਉਤਾਰਿਆ। ਤੇ ਤੁਹਾਨੂੰ ਮੈਂ ਦੁਬਾਰਾ ਫੇਰ ਦੱਸਣਾ ਚਾਹੁੰਦਾ, ਮੈਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਜਨ ਆਉਂਦਾ, ਉਹਦੇ ਨਾਲ ਸਵਰਗ ਦੂਤ ਆਉਂਦਾ। ਅਗਰ ਤੁਸੀਂ ਉਹਨੂੰ, ਬਾਈਬਲ ਦੇ ਵਿੱਚ ਲਿਖਿਆ ਕਿ ਮੈਂ ਅੰਤ ਦੇ ਸਮੇਂ ਦੇ ਵਿੱਚ ਪੁੱਛੂੰਗਾ, ਮੈਂ ਭੁੱਖਾ ਸੀ ਤੁਸੀਂ ਮੈਨੂੰ ਖਾਣਾ ਨਹੀਂ ਖਵਾਇਆ, ਮੈਂ ਪਿਆਸਾ ਸੀ ਤੁਸੀਂ ਮੈਨੂੰ ਪਾਣੀ ਨਹੀਂ ਪਿਆਇਆ, ਮੈਂ ਰੋਗੀ ਸੀ ਤੁਸੀਂ ਮੇਰੀ ਸਾਰ ਨਹੀਂ ਲਈ, ਮੈਂ ਨੰਗਾ ਸੀ ਤੁਸੀਂ ਮੈਨੂੰ ਕੱਪੜੇ ਨਹੀਂ ਪਹਿਨਾਏ। ਤੇ ਉਦੋਂ ਸਭ ਲੋਕਾਂ ਨੇ ਕੀ ਕਹਿਣਾ? ਪ੍ਰਭੂ ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ, ਕਦੋਂ ਤੈਨੂੰ ਪਿਆਸਾ ਵੇਖਿਆ। ਜੋ ਵੀ ਕੋਈ ਜਨ ਆਉਂਦਾ ਤੇ ਉਹਦੀ ਅਸੀਂ ਕਰਨੀ ਆ, ਚਾਹੇ ਉਹ ਗਰੀਬ ਆ ਚਾਹੇ ਅਮੀਰ ਆ, ਜੋ ਵੀ ਸਾਡੇ ਕੋਲ ਹੁੰਦਾ, ਜਿੰਨਾ ਵੀ ਅਸੀਂ ਉਹਦੀ ਇੱਜ਼ਤ ਕਰਾਂਗੇ ਤੇ ਇਹਦਾ ਮਤਲਬ ਅਸੀਂ ਪਰਮੇਸ਼ਰ ਦੀ ਇੱਜ਼ਤ ਕਰਾਂਗੇ। ਆਮੀਨ, ਹਾਲੇਲੂਇਆ, ਬੋਲੋ ਪ੍ਰਭੂ ਯਿਸੂ ਮਸੀਹ ਕੀ। ਤੀਸਰਾ ਵਚਨ ਦੇ ਵਿੱਚ ਅਸੀਂ ਇੱਕ ਬੰਦੂਆਂ ਦੇ ਬਾਰੇ ਕਹਿੰਦਾ, ਉਹਨੂੰ ਚੇਤੇ ਰੱਖੋ ਭਾਈ, ਤੁਸੀਂ ਜਾਣੋ ਕਿ ਉਹਨਾਂ ਨੇ ਬੰਧਨਾਂ ਦੇ ਵਿੱਚ ਪਏ ਹੋਏ ਜਿਹੜੇ ਜਬਰੀ ਚੱਲ ਰਹੇ ਆ, ਚੇਤੇ ਰੱਖੋ, ਇਹ ਜਾਣੋ ਭਾਈ ਆਪ ਵੀ ਸਰੀਰ ਵਾਲਿਓ, ਅਸੀਂ ਵੀ ਕਿਸੇ ਟਾਈਮ ਬੰਧਨਾਂ ਦੇ ਵਿੱਚ ਸੀ। ਮੈਂ ਦੁਬਾਰਾ ਫੇਰ ਰਿਪੀਟ ਕਰਨਾ ਚਾਹੁੰਦਾ, ਇਹ ਸੋਚਣਾ ਕਿ ਇਹਦੀ ਜਗ੍ਹਾ ਤੇ ਅੱਜ ਮੈਂ ਹੁੰਦਾ ਮੈਂ ਕੀ ਕਰਦਾ, ਜਦੋਂ ਅਸੀਂ ਇਹਦੀ ਜਗ੍ਹਾ ਤੇ ਅਸੀਂ ਕੀ ਕਰਦੇ ਸੀਗੇ। ਅੱਜ ਇਹ ਨਾ ਸੋਚੋ ਇਹ ਬੰਦਾ ਇਦਾਂ ਕਰਨ ਵਾਲਾ, ਇਹ ਬੰਦੇ ਨੇ ਮੰਨਣਾ ਨਹੀਂ, ਇਹ ਬੰਦਾ ਜੇ ਕਰਨ ਵਾਲਾ। ਹੋ ਸਕਦਾ ਤੁਹਾਨੂੰ ਮਖੌਲ ਕਰਨ ਵਾਲੇ ਹੁਣ, ਕਿਸੇ ਟਾਈਮ ਅਸੀਂ ਵੀ ਲੋਕਾਂ ਨੂੰ ਮਖੌਲ ਕਰਨ ਵਾਲੇ ਸੀ, ਕਿਸੇ ਟਾਈਮ ਅਸੀਂ ਵੀ ਯਿਸੂ ਮਸੀਹ ਦਾ ਇਨਕਾਰ ਕਰਨ ਵਾਲੇ ਸੀਗੇ, ਪਰ ਇੱਕ ਸਮਾਂ ਆਇਆ ਪ੍ਰਭੂ ਯਿਸੂ ਮਸੀਹ ਨੇ ਸਾਡੇ ਜੀਵਨ ਬਦਲ ਦਿੱਤਾ। ਅਸੀਂ ਪੌਲਸ ਦੇ ਜੀਵਨ ਨੂੰ ਵੇਖਦੇ ਹਾਂ, ਪੌਲਸ ਦੇ ਜੀਵਨ ਨੂੰ ਖੁਦਾ ਨੇ ਬਦਲ ਦਿੱਤਾ। ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਜੀਵਨਾਂ ਨੂੰ ਖੁਦਾ ਨੇ ਬਦਲਿਆ। ਤੇ ਅਸੀਂ ਉਹਨਾਂ ਦੇ ਲਈ ਇੱਕ ਦੁਆ ਕਰਨੀ ਆ ਕਿ ਪ੍ਰਭੂ ਮੈਂ ਅੱਜ ਪ੍ਰਾਰਥਨਾ ਕਰਦਾ, ਇਹ ਭਾਈ ਸ਼ੈਤਾਨ ਦੇ ਬੰਧਨ ਦੇ ਵਿੱਚ ਆ, ਅੱਜ ਮੈਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹਨੂੰ ਸ਼ੈਤਾਨ ਦੇ ਬੰਧਨ ਤੋਂ ਆਜ਼ਾਦ ਕਰ ਦਿੰਦਾ ਵਾ। ਅੱਜ ਤੋਂ ਇਹਦੇ ਕਾਰੋਬਾਰ ਨੂੰ ਮੈਂ ਆਸ਼ੀਸ਼ ਦੇ ਦਿੰਦਾ ਵਾ। ਅੱਜ ਤੋਂ ਮੈਂ ਇਹਦੇ ਕਾਰੋਬਾਰ ਨੂੰ ਸ਼ੈਤਾਨ ਤੋਂ ਛੁਡਾ ਲੈਣਾ, ਇਹਨਾਂ ਦੇ ਪਸ਼ੂਆਂ ਨੂੰ ਸ਼ੈਤਾਨ ਤੋਂ ਛੁਡਾ ਲੈਣਾ, ਇਹਨਾਂ ਦੇ ਪਰਿਵਾਰ ਨੂੰ ਸ਼ੈਤਾਨ ਤੋਂ ਛੁਡਾ ਲੈਣਾ। ਜੋ ਤੁਸੀਂ ਇਸ ਤਰੀਕੇ ਨਾਲ ਪ੍ਰਾਰਥਨਾ ਕਰੋਗੇ, ਪ੍ਰਭੂ ਤੁਹਾਡੀ ਦੁਆ ਨੂੰ ਸੁਣੇਗਾ, ਉਸ ਪਰਿਵਾਰ ਨੂੰ ਪ੍ਰਭੂ ਆਸ਼ੀਸ਼ ਦੇਵੇਗਾ। ਹਾਲੇਲੂਇਆ। ਅਗਲਾ ਸੀ ਵਿਆਹ ਦੇ ਬਾਰੇ। ਵਿਆਹ ਦੇ ਬਾਰੇ ਅੱਜ ਵੀ ਬਹੁਤ ਸਾਰੇ ਵਿਆਹ ਹੁੰਦੇ ਆ, ਬੜੇ ਵਿਆਹ ਹੁੰਦੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬੜੇ ਦੁੱਖ ਦੀ ਗੱਲ ਆ, ਜੇ ਤੁਸੀਂ ਕਚਹਿਰੀਆਂ ਦੇ ਵਿੱਚ ਜਾ ਕੇ ਵੇਖੋ, ਅੱਜ ਕਚਹਿਰੀਆਂ ਇਹ ਭਰੀਆਂ ਪਈਆਂ। ਲੇਡੀਜ਼ ਨੂੰ ਪੁੱਛੋ, ਉਹ ਕਹਿੰਦੀ ਮੈਂ ਇਹਦੇ ਨਾਲ ਰਹਿਣਾ ਨਹੀਂ ਚਾਹੁੰਦੀ, ਭਾਈ ਨੂੰ ਪੁੱਛੋ, ਕਹਿੰਦਾ ਮੈਂ ਨਹੀਂ ਇਹਦੇ ਨਾਲ ਰਹਿਣਾ ਚਾਹੁੰਦਾ। ਇਸੇ ਕਾਰਨ ਕਰਕੇ ਥੋੜੇ ਥੋੜੇ ਸਮੇਂ ਬਾਅਦ ਉਹਨਾਂ ਦੇ ਤਲਾਕਾਂ ਦੀ ਗੱਲ ਚਲੀ ਜਾਂਦੀ ਆ। ਸਾਰੀ ਜ਼ਿੰਦਗੀ ਉਹਨਾਂ ਦੀ ਕਿੱਦਾਂ ਕੋਰਟ ਕਚਹਿਰੀਆਂ ਦੇ ਵਿੱਚ ਨਿਕਲ ਜਾਂਦੀ ਆ, ਸਮਾਨ ਉਹਨਾਂ ਦਾ ਪਿਆ ਰੋਲਦਾ ਰਹਿੰਦਾ ਵਾ। ਇਸੇ ਲਈ ਜਿਹੜਾ ਵਿਆਹ ਵਾ ਸਾਰਿਆਂ ਨਾਲੋਂ ਆਦਰਯੋਗ ਆ। ਵਿਆਹ ਨੂੰ ਕਿਹਨੇ ਸ਼ੁਰੂ ਕੀਤਾ ਸੀਗਾ? ਇਹਦੀ ਸ਼ੁਰੂਆਤ ਪਰਮੇਸ਼ਰ ਨੇ ਕੀਤੀ ਸੀਗੀ। ਜੇ ਅਸੀਂ ਨਵੇਂ ਨੇਮ ਦੇ ਵਿੱਚ ਪੜ੍ਹਦੇ ਹਾਂ, ਯਿਸੂ ਮਸੀਹ ਨੇ ਪਹਿਲੀ ਆਸੀਸ਼ ਵਿਆਹ ਦੇ ਵਿੱਚ ਦਿੱਤੀ ਸੀ। ਇਸੇ ਲਈ ਜਿਹੜਾ ਵਿਆਹ ਵਾ, ਤੇ ਵਿਆਹ ਦੇ ਵਿੱਚ
ਤੇ ਇਹ ਨਹੀਂ ਸਾਡੇ ਜੋ ਵੀ ਸਰੀਰਕ ਸੰਬੰਧ ਨੇ ਜੋ ਉਹ ਸਾਡੇ ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਅਦ ਸਾਡੇ ਇਦਾਂ ਦੀ ਕੋਈ ਵੀ ਨਹੀਂ ਹੋਣਾ ਚਾਹੀਦਾ। ਬਾਈਬਲ ਦੇ ਵਿੱਚ ਲਿਖਿਆ ਜਿਹੜਾ ਤੁਹਾਡਾ ਵਸਾਉਣਾ ਬੇਦਾਗ ਰਹੇ, ਕਿਉਂ ਜੋ ਪਰਮੇਸ਼ਰ ਹਰਾਮ ਕਾਰੀਆਂ ਤੇ ਵਿਚਾਰੀਆਂ ਦਾ ਨਿਆਂ ਕਰੇਗਾ। ਇਸ ਲਈ ਅੱਜ ਸਾਨੂੰ ਜ਼ਰੂਰਤ ਆ। ਅਗਲਾ ਪੁਆਇੰਟ ਆ ਕਿ ਮਾਇਆ ਦੇ ਲੋਭ ਤੋਂ ਤੁਸੀਂ ਰਹਿਤ ਰਹੋ। ਤੇ ਪਰਮੇਸ਼ਰ ਨੇ ਤੁਹਾਨੂੰ ਕਹਿੰਦਾ, ਮੈਂ ਵਾਅਦਾ ਕੀਤਾ, ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਕਦੇ ਛੱਡਾਂਗਾ ਨਹੀਂ, ਤੁਹਾਨੂੰ ਕਦੇ ਤਿਆਗਾਂਗਾ ਨਹੀਂ। ਇੱਥੇ ਤੱਕ ਲਿਖਿਆ ਸ਼ੇਰਾਂ ਦੇ ਬੱਚੇ ਨੂੰ ਘਾਟਾ ਪੈ ਸਕਦਾ, ਭੁੱਖੇ ਰਹਿ ਸਕਦੇ ਆ, ਪਰ ਪਰਮੇਸ਼ਰ ਦੇ ਤਾਲਬਾਂ ਨੂੰ ਕਿਸੇ ਵੀ ਚੀਜ਼ ਦੀ ਥੋੜ ਨਹੀਂ ਰਹੇਗੀ। ਤੁਹਾਡੇ ਕੋਲ ਅੱਜ ਜੋ ਵੀ ਆ 10 ਆ 20 ਆ, ਉਹਦੇ ਲਈ ਪਰਮੇਸ਼ਰ ਦਾ ਧੰਨਵਾਦ ਕਰੋ। ਪਰਮੇਸ਼ਰ ਆਉਣ ਵਾਲੇ ਦਿਨਾਂ ਨੂੰ ਤੁਹਾਡੀਆਂ ਹਰੇਕ ਲੋੜਾਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਆਮੀਨ। ਇਸੇ ਤਰ੍ਹਾਂ ਅੱਗੇ ਲਿਖਿਆ, ਅਸੀਂ ਆਪਣੇ ਆਪ ਨੂੰ ਕਿਵੇਂ ਹੌਸਲਾ ਦੇਣਾ ਕਿ ਪ੍ਰਭੂ ਮੇਰੀ ਸਹਾਇਤਾ ਕਰਨ ਵਾਲਾ, ਪ੍ਰਭੂ ਮੇਰਾ ਸਹਾਇਕ ਆ, ਮੈਂ ਨਾ ਡਰਾਂਗਾ ਤੇ ਮਨੁੱਖ ਮੇਰਾ ਕੀ ਕਰ ਸਕਦਾ, ਮਨੁੱਖ ਮੇਰਾ ਕੁਛ ਵੀ ਵਿਗਾੜ ਨਹੀਂ ਸਕਦਾ। ਆਮੀਨ। ਅੱਗੇ ਅਸੀਂ ਆਪਣੇ ਆਗੂਆਂ ਨੂੰ ਚੇਤੇ ਰੱਖਣਾ। ਸਾਡੇ ਆਗੂ ਇਹ ਆ, ਕਿਸ ਤਰ੍ਹਾਂ ਦੇ ਵੀ ਆ, ਹੋ ਸਕਦਾ ਤੁਹਾਡੇ ਨਾਲ ਘੱਟ ਪੜ੍ਹੇ ਲਿਖੇ ਹੋਣ, ਹੋ ਸਕਦਾ ਤੁਹਾਡੇ ਨਾਲੋਂ ਮਤਲਬ ਉਹਨਾਂ ਦੇ ਕੋਲੇ, ਹੋ ਸਕਦਾ ਤੁਹਾਡੇ ਕੋਲ ਵਰਦਾਨ ਵੀ ਜ਼ਿਆਦਾ ਹੋ ਸਕਦਾ, ਪਰ ਪ੍ਰਭੂ ਨੇ ਜੋ ਆਗੂ ਹੈ ਠਹਿਰਾਇਆ, ਕਿਸ ਤਰ੍ਹਾਂ ਦੇ ਵੀ ਹੈ, ਜੋ ਵੀ ਕੰਡੀਸ਼ਨ ਦੇ ਵਿੱਚ ਹੈ, ਪ੍ਰਭੂ ਨੇ ਉਹਨਾਂ ਨੂੰ ਇੱਕ ਸਿਖਾਉਣ ਵਾਲੀ ਜੀਭ ਦਿੱਤੀ ਆ। ਪਰਮੇਸ਼ਰ ਆਪਣੇ ਆਗੂਆਂ ਦੇ ਦੁਆਰਾ ਤੁਹਾਡੇ ਨਾਲ ਗੱਲਬਾਤ ਕਰਦਾ, ਪਰ ਪਰਮੇਸ਼ਰ ਨੇ ਇੱਕ ਜ਼ਰੀਆ ਰੱਖਿਆ। ਜੇ ਤੁਸੀਂ ਕਰਨੇਲੀਅਸ ਦੇ ਰਸੂਲਾਂ ਦੇ ਕਰਤੱਵ ਦੇ ਵਿੱਚ ਜਾ ਕੇ ਪੜੋਗੇ, ਇੱਕ ਕਰਨੇਲੀਅਸ ਸੀਗਾ, ਸੂਬੇਦਾਰ ਸੀਗਾ, ਉਹ ਦਾਨ ਦੇਣ ਵਾਲਾ ਸੀਗਾ, ਪ੍ਰਾਰਥਨਾ ਕਰਨ ਵਾਲਾ ਸੀਗਾ। ਉਹਨੂੰ ਸਵਰਗਦੂਤ ਉਹਦੇ ਕੋਲੇ ਆਉਂਦੇ ਸੀਗੇ, ਪਰ ਉਹਨੂੰ ਫੇਰ ਵੀ ਕਿਹਾ ਤੂੰ ਆਪਣੇ ਦਾਸ ਪਤਰਸ ਨੂੰ ਆਪਣੇ ਘਰ ਦੇ ਵਿੱਚ ਬੁਲਾ। ਜਦੋਂ ਪਤਰਸ ਉਹਦੇ ਘਰ ਦੇ ਵਿੱਚ ਗਿਆ, ਉਹਨੇ ਪ੍ਰਚਾਰ ਕੀਤਾ, ਉਹਦੇ ਜਿੰਨੇ ਵੀ ਰਿਸ਼ਤੇਦਾਰ ਸੀ ਸਭ ਪਵਿੱਤਰ ਆਤਮਾ ਨਾਲ ਭਰ ਗਏ। ਆਗੂਆਂ ਦੀ ਆਗਿਆਕਾਰੀ ਦੇ ਵਿੱਚ ਬੜੀ ਵੱਡੀ ਆਸ਼ੀਸ਼। ਪੌਲਸ ਸੀ, ਉਹਨੂੰ ਪਰਮੇਸ਼ਰ ਨੇ ਕਿਹਾ, ਹਨਨੀਆਂ ਨੂੰ ਕਿਹਾ ਤੂੰ ਪੌਲਸ ਦੇ ਘਰ ਦੇ ਵਿੱਚ ਜਾ। ਜਦੋਂ ਪੌਲਸ ਲੋਕਾਂ ਨੂੰ ਮਾਰ ਦਿੰਦਾ ਸੀ, ਉਹ ਡਰਦਾ ਸੀ। ਹਨਨੀਆਂ ਨੇ ਕਿਹਾ ਨਹੀਂ ਪ੍ਰਭੂ ਮੈਂ ਨਹੀਂ ਜਾਣਾ, ਤੇ ਪ੍ਰਭੂ ਕਹਿੰਦਾ ਜਾ। ਜਦੋਂ ਹਨਨੀਆਂ ਉਹਦੇ ਘਰ ਦੇ ਵਿੱਚ ਗਿਆ, ਜਦੋਂ ਹਨਨੀਆਂ ਨੇ ਜਾ ਕੇ ਪੌਲਸ ਵਾਸਤੇ ਪ੍ਰਾਰਥਨਾ ਕੀਤੀ, ਉਸੇ ਘੜੀ ਬਾਈਬਲ ਦੇ ਵਿੱਚ ਲਿਖਿਆ ਜੋ ਉਹਦੀਆਂ ਅੱਖਾਂ ਦੀ ਰੋਸ਼ਨੀ ਗਈ ਸੀ ਵਾਪਸ ਆ ਗਈ। ਉਹਨੇ ਖਾਣਾ ਖਾਧਾ, ਪ੍ਰਸਾਦ ਛਕ ਕੇ ਉਹ ਤਕੜਾ ਹੋ ਗਿਆ। ਤੇ ਅੱਜ ਅਸੀਂ ਪੌਲਸ ਦੀਆਂ ਸਭ ਤੋਂ ਜ਼ਿਆਦਾ ਪੱਤਰੀਆਂ ਦੇ ਵਿੱਚ ਲਿਖੀਆਂ ਗਈਆਂ। ਪੌਲਸ ਨੇ ਸਭ ਤੋਂ ਜ਼ਿਆਦਾ ਦੁੱਖ ਝੱਲਿਆ, ਪੌਲਸ ਨੇ ਸਭ ਤੋਂ ਜ਼ਿਆਦਾ ਸਮੱਸਿਆ ਨੂੰ ਝੱਲਿਆ ਵਾ। ਇਸੇ ਤਰ੍ਹਾਂ ਅਸੀਂ ਆਪਣੇ ਆਗੂਆਂ ਨੂੰ ਚੇਤੇ ਰੱਖਣਾ। ਬਾਈਬਲ ਦੇ ਵਿੱਚ ਲਿਖਿਆ ਉਹਨਾਂ ਦੀ ਆਗਿਆਕਾਰੀ ਕਰਨੀ ਆ, ਉਹਨਾਂ ਦੇ ਅਧੀਨ ਰਹਿਣਾ ਵਾ, ਉਹ ਸਾਡੀਆਂ ਜਾਨਾਂ ਦਾ ਲੇਖਾ ਦੇਣਾ ਵਾ। ਕੱਲ ਨੂੰ ਇਹ ਨਾ ਹੋਵੇ ਅਸੀਂ ਲਾਈਨ ਦੇ ਵਿੱਚ ਖੜੇ ਹੋਈਏ ਤੇ ਉਸ ਸਮੇਂ ਤੇ ਪ੍ਰਭੂ ਇੱਕ ਦਾਸ ਨੂੰ ਵੇਖੇਗਾ ਕਿ ਦਾਸ ਜਿਹਦੀ ਗਵਾਹੀ ਭਰੇਗਾ, ਪਰਮੇਸ਼ਰ ਉਹਨੂੰ ਅੱਗੇ ਜਾਣ ਦੀ ਆਗਿਆ ਦੇਵੇਗਾ। ਤੁਹਾਡਾ ਜਿਹੜਾ ਲੇਖਾ ਵਾ ਕਿਹਦੇ ਤੋਂ ਲੈਣਾ ਵਾ? ਤੁਸੀਂ ਨਹੀਂ ਲੇਖਾ ਦੇਣਾ ਆਪਣੀਆਂ ਜਾਨਾਂ ਦਾ, ਤੁਹਾਡੀਆਂ ਜਾਨਾਂ ਦਾ ਲੇਖਾ ਤੁਹਾਡਾ ਜਿਹੜਾ ਆਗੂਆ ਵਾ ਉਹਨੇ ਦੇਣਾ ਵਾ। ਆਗੂਆ ਦੀ ਆਗਿਆਕਾਰੀ ਕਰਿਆ ਕਰੋ, ਉਹਨਾਂ ਕੋਲੋਂ ਵਚਨਾਂ ਨੂੰ ਸਿੱਖੋ। ਜਦੋਂ ਮੌਕਾ ਮਿਲਦਾ ਵੱਧ ਤੋਂ ਵੱਧ ਵਚਨਾਂ ਨੂੰ ਸਿੱਖੋ। ਤੁਹਾਡੀ ਜਾਨ ਦਾ ਲੇਖਾ ਦੇਣ ਵਾਲਾ ਤੁਹਾਡਾ ਪਾਸਟਰ ਆ। ਬਾਈਬਲ ਦੇ ਵਿੱਚ ਲਿਖਿਆ ਜੇ ਤੁਹਾਡਾ ਕੋਈ ਵੀ ਮਤਲਬ ਕੀ ਆ, ਜਿਹੜਾ ਤੁਹਾਡਾ ਆਗੂਆ ਵਾ ਉਹਨੇ ਤੁਹਾਡੀਆਂ ਜਾਨਾਂ ਦਾ ਲੇਖਾ ਦੇਣਾ। ਕਿਤੇ ਉਹ ਤੁਹਾਡੇ ਲਈ ਹੋ ਕੇ ਨਾ ਭਰੀ ਜਾਵੇ, ਮਨ ਦੇ ਵਿੱਚ, ਦਿਲ ਦੇ ਵਿੱਚ ਹੋ ਕੇ ਨਾ ਭਰੀ ਜਾਵੇ, ਤੇ ਉਹਦੇ ਲਈ ਤੁਹਾਨੂੰ ਕੋਈ ਫਿਰ ਲਾਭ ਨਹੀਂ ਹੋਵੇਗਾ। ਪਰ ਉਹ ਤੁਹਾਡੇ ਖੁਸ਼ੀ ਦੇ ਲਈ ਜਿੰਨੀ ਵੀ ਸੇਵਕਾਈ ਦੇ ਕੰਮ ਨੂੰ ਕਰੇ, ਉਹ ਬੜੀ ਖੁਸ਼ੀ ਦੇ ਨਾਲ ਕਰੇ। ਆਮੀਨ। ਅਗਲਾ ਅਸੀਂ ਪੁਆਇੰਟ ਸਿੱਖਿਆ ਯਿਸੂ ਮਸੀਹ ਅੱਜ ਕੱਲ੍ਹ ਤੇ ਜੁਗੋ ਜੁਗ ਇੱਕੋ ਜਿਹਾ ਪਰਮੇਸ਼ਵਰ ਆ। ਤੇ ਅੱਗੇ ਅਸੀਂ ਪੜ੍ਹਿਆ ਰੰਗ ਬਰੰਗੀਆਂ ਬੜੀਆਂ ਤੁਹਾਡੇ ਕੋਲ ਸਿੱਖਿਆ ਹੋਣਗੀਆਂ, ਬੜੇ ਤੁਹਾਡੇ ਕੋਲ ਪ੍ਰਚਾਰਕ ਹੋਣਗੇ। ਅੱਜ YouTube ਖੋਲ ਕੇ ਵੇਖੋ, Facebook ਖੋਲ ਕੇ ਦੇਖੋ, ਟਵਿੱਟਰ ਤੇ ਜਾ ਕੇ ਵੇਖੋ, ਕਿਤੇ ਵੀ ਜਾ ਕੇ ਵੇਖੋ, ਪ੍ਰਚਾਰਕਾਂ ਦੀ ਕਮੀ ਨਹੀਂ ਹੈ, ਬਹੁਤ ਪ੍ਰਚਾਰਕ ਆ। ਪਰ ਉਹਨਾਂ ਦੇ ਵਿੱਚੋਂ ਅਸੀਂ ਕਿਹੜੀ ਚੀਜ਼ ਨੂੰ ਲੈਣਾ ਵਾ, ਕਿਹੜੀ ਚੀਜ਼ ਨੂੰ ਅਸੀਂ ਸਿੱਖਣਾ ਵਾ, ਜਿਹੜੀ ਚੀਜ਼ ਸਾਡੇ ਜੀਵਨ ਦੇ ਲਈ ਆਸ਼ੀਸ਼ ਹੋਵੇਗੀ। ਬਾਈਬਲ ਦੇ ਵਿੱਚ ਲਿਖਿਆ ਸਾਰੀਆਂ ਚੀਜ਼ਾਂ ਤਾਂ ਕੀ ਆ, ਵਧੀਆ ਵਾ, ਪਰ ਤੁਹਾਡੇ ਸਰੀਰ ਦੇ ਲਈ ਲਾਭ ਦੇ ਕੇ ਕਿਹੜੀਆਂ, ਅਸੀਂ ਉਹਨਾਂ ਚੀਜ਼ਾਂ ਨੂੰ ਲੈਣਾ। ਹੁਣ ਸਾਨੂੰ ਪਤਾ ਬਾਈ ਇੱਕ ਚੀਜ਼ ਆ ਕਿ ਸਾਡੇ ਸਰੀਰ ਨੂੰ ਨੁਕਸਾਨ ਕਰਦੀ ਆ, ਇੱਕ ਚੀਜ਼ ਆ ਸਾਡੇ ਸਰੀਰ ਨੂੰ ਫਾਇਦਾ ਕਰਦੀ ਆ। ਇਸੇ ਤਰ੍ਹਾਂ ਜਿਹੜੀਆਂ ਸਿੱਖਿਆ ਵਾ, ਕਹਿੰਦਾ ਤੁਸੀਂ ਰੰਗ ਬਰੰਗੀਆਂ ਤੇ ਓਪਰੀਆਂ ਸਿੱਖਿਆ ਦੇ ਨਾਲ ਕੀ ਨਾ ਕਰੋ, ਭਰਮਾਏ ਨਾ ਜਾਇਓ। ਤੁਹਾਡੇ ਲਈ ਚੰਗਾ ਕੀ ਆ, ਤੁਹਾਡਾ ਮਨ ਕਿਰਪਾ ਦੇ ਨਾਲ ਤਕੜਾ ਹੋਵੇ, ਨਾ ਕਿ ਭੋਜਨ ਖਾ ਕੇ ਵੀ ਹਾਂ ਅੱਜ ਬਰਗਰ ਖਾ ਲਏ ਸਾਡਾ ਮਨ ਕੀ ਹੋ ਗਿਆ, ਤਕੜਾ ਹੋ ਗਿਆ, ਅੱਜ ਕੁਲਚੇ ਖਾਣਾ। ਇਸੇ ਤਰ੍ਹਾਂ ਸਾਡੇ ਲਈ ਕੀ ਆ, ਅਸੀਂ ਆਤਮਿਕ ਵਚਨਾਂ ਨੂੰ ਖਾਣਾ ਵਾ, ਅਸੀਂ ਆਤਮਿਕ ਵਚਨਾਂ ਨੂੰ ਲੈਣਾ ਵਾ। ਅਸੀਂ ਆਤਮਿਕ ਵਚਨਾਂ ਨੂੰ ਲਵਾਂਗੇ ਤੇ ਪ੍ਰਭੂ ਸਾਨੂੰ ਆਸ਼ੀਰਵਾਦ ਦੇਵੇਗਾ। ਅੱਗੇ ਭੇਟ ਦੇ ਬਾਰੇ ਦੱਸਿਆ ਗਿਆ, ਕੀ ਭੇਟ ਚੜਾਉਣੀ ਆ। ਬਹੁਤ ਸਾਰੇ ਲੋਕ ਸੋਚਦੇ ਆ ਕਿ ਚਰਚ ਦੇ ਵਿੱਚ ਪਰਮੇਸ਼ਰ ਖੁਸ਼ ਹੋ ਜਾਊਗਾ, ਅਸੀਂ ਕੀ ਲੈ ਜਾਈਏ, ਇੱਕ ਲੱਡੂਆਂ ਦਾ ਡੱਬਾ ਲੈ ਜਾਈਏ, ਹਨਾ, ਪਰਮੇਸ਼ਰ ਖੁਸ਼ ਹੋ ਜਾਏਗਾ। ਨਹੀਂ, ਉਹ ਚਲੋ ਵਧੀਆ ਗੱਲ ਆ, ਜੋ ਤੁਹਾਡੀ ਇੱਛਾ ਵਾ, ਤੁਹਾਡੇ ਮਨ ਦੇ ਵਿੱਚ ਤੁਸੀਂ ਲੱਡੂਆਂ ਦਾ ਡੱਬਾ ਚੜਾ ਸਕਦੇ ਆ, ਪਰ ਉਸ ਤੋਂ ਕੀਮਤੀ
ਕੀ ਆ। ਤੁਸੀਂ ਜਦੋਂ ਅਸੀਂ 15 ਵਚਨ ਦੇ ਵਿੱਚ ਪੜ੍ਹਿਆ, ਅਸੀਂ ਉਹਦੇ ਦੁਆਰਾ ਉਸ ਦਾ ਬਲੀਦਾਨ, ਜੋ ਬੁੱਲਾਂ ਦਾ ਫਲ ਜਿਹੜਾ ਉਹਦੇ ਨਾਮ ਨੂੰ ਲੈਂਦੇ ਆ, ਪਰਮੇਸ਼ਵਰ ਦੇ ਅੱਗੇ ਸਦਾ ਚੜਾਇਆ ਕਰੋ। ਅਸੀਂ ਭਲੇ ਕੰਮ ਕਰਨੇ ਆ, ਉਪਕਾਰ ਕਰਨਾ ਕਹਿੰਦਾ ਨਾ ਭੁੱਲੋ। ਅਜਿਹੇ ਬਲੀਦਾਨਾਂ ਤੋਂ ਪਰਮੇਸ਼ਵਰ ਪਰੇਸ਼ਾਨ ਖੁਸ਼ ਹੁੰਦਾ ਵਾ। ਅਗਰ ਅਸੀਂ ਭਲਾ ਕੰਮ ਕਰਦੇ ਆ, ਉਪਕਾਰ ਕਰਦੇ ਆ, ਤੇ ਅਸੀਂ ਹਮੇਸ਼ਾ ਪਰਮੇਸ਼ਵਰ ਦੀ ਤਾਰੀਫ ਕਰਦੇ ਹਾਂ। ਇਹ ਸਭ ਤੋਂ ਉੱਤਮ ਬਲੀਦਾਨ। ਇੱਥੇ ਤੱਕ ਲਿਖਿਆ ਬਾਈਬਲ ਦੇ ਵਿੱਚ, ਲਿਖਿਆ ਭਲਾ ਤੂੰ ਸਭ ਕੁਝ ਆਪਣਾ ਵੇਚ ਦੇ, ਆਪਣੇ ਆਪ ਨੂੰ ਸਾੜਨ ਲਈ ਦੇ ਦੇ। ਤੇ ਜਸਾਜ ਵਿੱਚ ਲਿਖਿਆ ਭਲਾ ਤੇਰਾ ਸਰੀਰ ਕਾਨੇ ਵਾਂਗ ਝੁਕ ਜਾਏ। ਇਹਨਾਂ ਚੀਜ਼ਾਂ ਤੋਂ ਪਰਮੇਸ਼ਰ ਖੁਸ਼ ਨਹੀਂ ਹੁੰਦਾ। ਅੱਜ ਹੋ ਸਕਦਾ ਵੀ ਲੋਕ ਸੋਚਦੇ ਹੋਣ ਕਿ ਜ਼ਿਆਦਾ ਵਰਤ ਰੱਖਣਾ ਪਰਮੇਸ਼ਰ ਖੁਸ਼ ਹੁੰਦਾ ਵਾ, ਜ਼ਿਆਦਾ ਆਹ ਕੰਮ ਕਰਨਾ ਪਰਮੇਸ਼ਰ ਖੁਸ਼ ਹੁੰਦਾ। ਪਰ ਪਰਮੇਸ਼ਰ ਕਿਹੜੀਆਂ ਗੱਲਾਂ ਤੋਂ ਖੁਸ਼ ਹੁੰਦਾ? ਜੇ ਅਸੀਂ ਪ੍ਰੇਮ ਦੇ ਵਿੱਚ ਬਣੇ ਰਹੀਏ, ਪ੍ਰਾਹੁਣਚਾਰੀ ਕਰੀਏ, ਲੋਕਾਂ ਨੂੰ ਬੰਧਨਾਂ ਤੋਂ ਛੁਡਾਈਏ, ਸਾਡਾ ਵਿਆਹ ਬਾਈਬਲ ਦੇ ਮੁਤਾਬਕ ਹੋਵੇ, ਅਸੀਂ ਜੋ ਕੁਝ ਦਿੱਤਾ ਉਹਦੇ ਲਈ ਪਰਮੇਸ਼ਰ ਦਾ ਧੰਨਵਾਦ ਕਰੀਏ, ਅਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੀਏ, ਤੇ ਇਹਨਾਂ ਗੱਲਾਂ ਦੇ ਨਾਲ ਪਰਮੇਸ਼ਰ ਖੁਸ਼ ਹੋਵੇਗਾ। ਮੈਂ ਲਾਸਟ ਵਚਨ ਪੜ੍ਹ ਕੇ ਉਸ ਤੋਂ ਬਾਅਦ ਸਮਾਪਤ ਕਰਾਂਗਾ। ਤੇ ਅੱਗੇ 21 ਵਚਨ ਪੜ੍ਹੇ, ਤੁਹਾਨੂੰ ਹਰੇਕ ਭਲੇ ਕੰਮ ਦੇ ਲਈ ਸੰਪੂਰਨ ਕਰੇ। ਪ੍ਰਭੂ ਦੀ ਇੱਛਾ ਕੀ ਆ? ਸਾਨੂੰ ਪਰਮੇਸ਼ਰ ਨੇ ਕਾਹਦੇ ਲਈ ਸਾਜਿਆ? ਕਿ ਅਸੀਂ ਕੀ ਕਰੀਏ? ਭਲੇ ਕੰਮ ਕਰੀਏ, ਸੰਪੂਰਨ ਕਰੀਏ, ਜੋ ਵੀ ਪਰਮੇਸ਼ਰ ਦੀ ਇੱਛਾ ਵਾ। ਤੇ ਅੱਗੇ ਲਿਖਿਆ, ਤੁਸੀਂ ਉਹਦੀ ਇੱਛਾ ਨੂੰ ਪੂਰਿਆਂ ਕਰੋ। ਪ੍ਰਭੂ ਦੀ ਇੱਛਾ ਕੀ ਆ? ਅੱਜ ਕਿੰਨੇ ਪੁਆਇੰਟ ਸਿੱਖੇ ਅਸੀਂ? ਕੋਈ ਦੱਸ ਸਕਦਾ? 10 ਪੁਆਇੰਟਾਂ ਨੂੰ ਜੇ ਅਸੀਂ ਪੂਰਾ ਕਰਾਂਗੇ ਤੇ ਫਿਰ ਬਾਈਬਲ ਦੇ ਵਿੱਚ ਕੀ ਲਿਖਿਆ ਵਾ? ਤੇ ਜੋ ਕੁਝ ਉਹਨੂੰ ਪਾਉਂਦਾ ਹੈ ਉਹੀ ਕਰਨਾ, ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਉਹ ਕੰਮ ਅਸੀਂ ਕਰਨੇ ਆ। ਆਮੀਨ। ਅੱਗੇ ਲਿਖਿਆ, ਸਾਡੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕਰੇ, ਜਿਹਦੀ ਵਡਿਆਈ ਜੁਗੋ ਜੁਗ ਹੋਵੇ। ਆਮੀਨ। ਫਿਰ ਪਰਮੇਸ਼ਰ ਦੀ ਵਡਿਆਈ ਜੁਗੋ ਜੁਗ ਹੁੰਦੀ ਰਹੇਗੀ। ਆਮੀਨ। ਹਾਲੇਲੂਇਆ। ਤੇ ਅੱਜ ਦੇ ਸੰਦੇਸ਼ ਦੇ ਵਿੱਚੋਂ ਅਸੀਂ ਕੀ ਸਿੱਖਿਆ? ਕਿੰਨੇ ਪੁਆਇੰਟਾਂ ਨੂੰ? 10 ਪੁਆਇੰਟਾਂ ਨੂੰ ਸਿੱਖਿਆ। ਤੇ ਅੱਜ ਦਾ ਵਿਸ਼ਾ ਕੀ ਸੀ? ਸਾਨੂੰ ਮਸੀਹ ਜੀਵਨ ਕਿਵੇਂ ਜੀਣਾ ਚਾਹੀਦਾ। ਅਬਰਾਨੀਆਂ 13 ਅਧਿਆਇ ਦੇ ਵਿੱਚੋਂ ਸਾਨੂੰ ਕੀ ਦੱਸਿਆ ਗਿਆ? ਇਹ ਜੋ ਉਪਦੇਸ਼ ਦਿੱਤੇ ਗਏ ਆ, ਇਹ ਵਿਸ਼ਵਾਸੀ ਦੇ ਜੀਵਨ ਚੋਂ ਕਦੇ ਵੀ ਖਤਮ ਨਹੀਂ ਹੋਣੇ ਚਾਹੀਦੇ। ਅਗਰ ਇਹ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਲਾਗੂ ਕਰੋਗੇ, ਅੱਜ ਤੋਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਕਿ ਪ੍ਰਭੂ ਸਾਨੂੰ ਬਲ ਔਰ ਤਾਕਤ ਦੇ, ਸਾਨੂੰ ਸਾਮਰਥ ਦੇ, ਸਾਨੂੰ ਤਾਕਤ ਦੇ, ਸਾਨੂੰ ਸ਼ਕਤੀ ਦੇ, ਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਕੀ ਕਰੀਏ? ਪ੍ਰੇਮ ਦੇ ਵਿੱਚ ਬਣੇ ਰਹੀਏ। ਪ੍ਰਭੂ ਅੱਜ ਤੋਂ ਬਾਅਦ ਅਸੀਂ ਵਾਅਦਾ ਕਰਦੇ ਹਾਂ, ਜੋ ਵੀ ਸਾਡੇ ਘਰ ਦੇ ਵਿੱਚ ਆਵੇਗਾ ਅਸੀਂ ਉਹਦੀ ਕੀ ਕਰਾਂਗੇ? ਇੱਜ਼ਤ ਕਰਾਂਗੇ। ਤੇ ਅੱਗੇ ਅਸੀਂ ਪ੍ਰਭੂ ਅੱਜ ਤੋਂ ਅਸੀਂ ਪ੍ਰਾਰਥਨਾ ਕਰਾਂਗੇ ਜੋ ਸ਼ੈਤਾਨ ਦੀ ਕੈਦ ਦੇ ਵਿੱਚ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਭੈਣ ਭਾਈ ਨੌਜਵਾਨ ਆ, ਉਹਨਾਂ ਨੇ ਜੋ ਵੀ ਵਿਆਹ ਕਰਵਾਉਣਾ, ਤੇ ਬਾਈਬਲ ਦੇ ਵਿੱਚ ਵਿਆਹ ਦੇ ਵਿਖੇ ਦੇ ਵਿੱਚ ਬਹੁਤ ਗੱਲਾਂ ਲਿਖੀਆਂ ਗਈਆਂ। ਤੇ ਸਾਡਾ ਜਿਹੜਾ ਵਿਆਹ ਵਾ ਉਹ ਕਿੱਦਾਂ ਹੋਣਾ ਚਾਹੀਦਾ? ਇਹ ਇੱਕ ਵਿਆਹ ਇੱਕ ਆਦਰ ਵਾਲੀ ਗੱਲ ਆ। ਇੱਕ ਜਿੱਦਾਂ ਅਸੀਂ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਆ। ਅੱਜ ਬਹੁਤ ਸਾਰੇ ਲੋਕ ਵਿਆਹ ਕਰਾ ਕੇ ਬਾਅਦ ਚ ਕਹਿੰਦੇ ਆ ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ, ਮੈਂ ਤਾਂ ਤਬਾਹ ਹੋ ਗਿਆ, ਮੈਨੂੰ ਐ ਹੋ ਗਿਆ, ਜੇ ਹੋ ਗਿਆ, ਉਹ ਹੋ ਗਿਆ। ਅੱਜ 100 ਦੇ ਵਿੱਚੋਂ 90% ਵਿਆਹ ਕਰਾ ਕੇ ਪਹਿਲਾਂ ਤਾਂ ਬੜੇ ਸ਼ੌਂਕ ਨਾਲ ਵਿਆਹ ਕਰਾਉਂਦਾ, ਤੋਂ ਬਾਅਦ ਚੋਂ ਪ੍ਰਸੰਨ ਨਹੀਂ ਰਹਿੰਦੇ, ਖੁਸ਼ ਨਹੀਂ ਰਹਿੰਦੇ, ਪਰੇਸ਼ਾਨ ਹੀ ਰਹਿੰਦੇ ਆ, ਲੜਾਈਆਂ ਹੁੰਦੀਆਂ, ਝਗੜੇ ਹੁੰਦੇ ਆ। ਪਰ ਬਾਈਬਲ ਸਾਨੂੰ ਇਹ ਗੱਲ ਨਹੀਂ ਦੱਸਦੀ। ਪਰ ਜਿਹੜਾ ਵਿਆਹ ਇੱਕ ਆਦਰ ਦੇ ਯੋਗ ਆ। ਆਮੀਨ। ਇਸੇ ਤਰ੍ਹਾਂ ਬਾਈਬਲ ਦੇ ਵਿੱਚ ਅੱਗੇ ਲਿਖਿਆ, ਜੋ ਮਾਇਆ, ਜੋ ਵੀ ਕੁਝ ਸਾਨੂੰ ਪਰਮੇਸ਼ਰ ਨੇ ਦਿੱਤਾ, ਕਿਸੇ ਵੀ ਹਾਲਾਤ ਦੇ ਵਿੱਚ ਹੋ, ਤੁਸੀਂ ਬਹੁਤ ਲੋਕਾਂ ਦੇ ਨਾਲੋਂ ਚੰਗੇ ਹੋ। ਅੱਜ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਇੱਕ ਟਾਈਮ ਦਾ ਖਾਣਾ ਵੀ ਨਸੀਬ ਨਹੀਂ ਹੋ ਰਿਹਾ। ਅੱਜ ਲੋਕਾਂ ਨੂੰ ਅੱਜ ਇੱਕ ਆਕਸੀਜਨ ਦੀ, ਤੁਸੀਂ ਅੱਜ ਜਦੋਂ ਤੁਸੀਂ ਖਬਰਾਂ ਤੇ ਵੇਖੋਗੇ, ਬਹੁਤ ਸਾਰੇ ਲੋਕਾਂ ਨੂੰ ਆਕਸੀਜਨ ਦੀ ਕਮੀਆਂ ਮਿਲ ਨਹੀਂ ਰਹੀ, ਉਹ ਤੜਪ ਰਹੇ ਆ, ਮੌਤਾਂ ਹੋ ਰਹੀਆਂ। ਪਰ ਪ੍ਰਭੂ ਦਾ ਧੰਨਵਾਦ ਆ, ਸਾਨੂੰ ਸਾਹ ਸਹੀ ਆ ਰਹੇ ਆ। ਹਾਲੇਲੂਇਆ। ਅੱਜ ਉਹ ਪੈਸੇ ਦੇ ਕੇ ਵੀ ਸਾਹ ਨਹੀਂ ਮਿਲ ਰਹੇ ਉਹਨਾਂ ਨੂੰ, ਪਰ ਪ੍ਰਭੂ ਦਾ ਧੰਨਵਾਦ ਆ, ਜੋ ਵੀ ਕੁਛ ਤੁਹਾਡੇ ਕੋਲ ਆ, ਪਰਮੇਸ਼ਰ ਤੁਹਾਡੇ ਨਾਲ ਵਾਅਦਾ ਕਰਦਾ, ਕਹਿੰਦਾ ਉਹਦੇ ਵਿੱਚ ਤੁਸੀਂ ਕਰਨਾ ਵਾ ਸੰਤੋਖ, ਮਤਲਬ ਕੀ ਰਹਿਣਾ ਵਾ? ਸੰਤੁਸ਼ਟ ਰਹਿਣਾ ਵਾ। ਤੇ ਅੱਗੇ ਲਿਖਿਆ, ਕਹਿੰਦਾ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਨਾ ਕਦੇ ਛੱਡਾਂਗਾ ਤੇ ਨਾ ਕਦੇ ਤਿਆਗਾਂਗਾ। ਆਪਣੇ ਆਪ ਨੂੰ ਕਿੱਦਾਂ ਹੌਸਲਾ ਦੇਣਾ? ਕਿ ਪ੍ਰਭੂ ਮੇਰੀ ਸਹਾਇਤਾ ਕਰਨ ਵਾਲਾ ਵਾ, ਮੈਂ ਨਾ ਡਰਾਂਗਾ, ਕੋਈ ਮਨੁੱਖ ਮੇਰਾ ਕੁਛ ਵੀ ਵਿਗਾੜ ਨਹੀਂ। ਤਾਂ ਲੋਕ ਡਰਦੇ ਰਹਿੰਦੇ ਆ, ਫਲਾਣੇ ਨੇ ਪਤਾ ਨਹੀਂ ਕੀ ਕਰਤਾ, ਉਹਨੇ ਛਿੱਕ ਮਾਰਤੀ, ਉਹਨੇ ਪਾਣੀ ਡੋਲਤਾ, ਉਧਰ ਬਿੱਲੀ ਲੰਘ, ਫਲਾਨਾ ਹੋ ਗਿਆ। ਇਹ ਚੀਜ਼ਾਂ ਸਾਨੂੰ ਕੁਛ ਨਹੀਂ ਕਰ ਸਕਦੀਆਂ। ਆਮੀਨ। ਤੇ ਅੱਗੇ ਲਿਖਿਆ, ਤੁਸੀਂ ਆਪਣੇ ਆਗੂਆਂ ਨੂੰ ਕੀ ਕਰੋ? ਚੇਤੇ ਰੱਖੋ। ਹਮੇਸ਼ਾ ਜੋ ਤੁਹਾਡਾ ਆਗੂ ਆ ਉਹਦੇ ਲਈ ਜ਼ਰੂਰ ਦੁਆ ਕਰਿਆ ਕਰੋ। ਉਹ ਵੀ ਇੱਕ ਸਾਡੇ ਵਿੱਚੋਂ ਹੀ ਪਰਮੇਸ਼ਰ ਨੇ ਖੜਾ ਕੀਤਾ। ਸਾਡੇ ਵਰਗੇ ਉਹ ਆ,
ਉਹ ਵੀ ਗਲਤ ਹੋ ਸਕਦਾ ਕਿਸੇ ਜਗ੍ਹਾ ਤੇ। ਇਹ ਨਹੀਂ ਹੈਗਾ ਕਿ ਅਸੀਂ ਕਈ ਵਾਰੀ ਸੋਚੀ ਜਾਈਏ ਲੈ ਵੀ ਉਹਦਾ ਪਾਸਟਰ ਉਹਨੇ ਐ ਕਰਤਾ ਫਲਾਨਾ ਕਰਦਾ। ਉਹ ਵੀ ਇੱਕ ਸੰਸਾਰ ਦੇ ਵਿੱਚ ਰਹਿਣ ਵਾਲਾ, ਸਾਡੇ ਵਿੱਚੋਂ ਹੀ ਪਰਮੇਸ਼ਰ ਨੇ ਖੜਾ ਕੀਤਾ। ਪਰ ਜੇ ਤੁਸੀਂ ਉਹਦੇ ਲਈ ਦੁਆ ਕਰੋਗੇ ਕਿ ਪ੍ਰਭੂ ਤੇ ਉਹਨੂੰ ਤੁਸੀਂ ਇਸਤੇਮਾਲ ਕਰੋ, ਉਹਨੂੰ ਬੁੱਧੀ ਦਿਓ, ਪ੍ਰਭੂ ਅਸਾ ਮਤਲਬ ਗਿਆਨ ਦਾ ਪ੍ਰਚਾਰ ਕਰ ਸਕੇ, ਤੇ ਜਦੋਂ ਤੁਸੀਂ ਉਹਦੇ ਲਈ ਪ੍ਰਾਰਥਨਾ ਕਰੋਗੇ ਤੇ ਪਰਮੇਸ਼ਰ ਵੀ ਤੁਹਾਨੂੰ ਬਲੈਸ ਕਰੇਗਾ। ਆਗੂ ਦੀ ਅਸੀਂ ਕੀ ਕਰਨੀ ਹੈ? ਇੱਕ ਆਗਿਆਕਾਰੀ ਕਰਨੀ ਹੈ। ਆਮੀਨ। ਤੁਸੀਂ ਆਗਿਆਕਾਰੀ ਕਰੋਗੇ ਤੇ ਪਰਮੇਸ਼ਰ ਤੁਹਾਨੂੰ ਬਹੁਤ ਜ਼ਿਆਦਾ ਬਲੈਸ ਕਰੇਗਾ। ਆਮੀਨ, ਹਾਲੇਲੂਇਆ। ਅੱਗੇ ਲਿਖਿਆ ਕਿ ਕਿਹੜੇ ਆਗੂਆਂ ਨੂੰ ਅਸੀਂ ਚੇਤੇ ਰੱਖਣਾ? ਜਿਨ੍ਹਾਂ ਨੇ ਤੁਹਾਨੂੰ ਪਰਮੇਸ਼ਰ ਦਾ ਵਚਨ ਸੁਣਾਇਆ, ਤੇ ਉਹਨਾਂ ਦੀ ਅਸੀਂ ਕੀ ਕਰਨੀ ਆ? ਚਾਲ ਦੇ ਓੜਕ ਦੇ ਵੱਲ ਧਿਆਨ ਦੇ ਕੇ ਉਹਨਾਂ ਦੀ ਨੇਚਾ ਦੀ ਰੀਸ ਕਰਨੀ। ਇਹ ਨਾ ਸੋਚੋ ਸਾਡਾ ਆਗੂਆ ਕਿਸ ਤਰ੍ਹਾਂ ਦਾ ਵਾ, ਕਿੱਦਾਂ ਦਾ ਵੀ ਹੈ, ਜਿੱਦਾਂ ਦਾ ਮਰਜ਼ੀ ਆ, ਉਹਦਾ ਲੇਖਾ ਪਰਮੇਸ਼ਰ ਨੇ ਲੈਣਾ। ਬਾਈਬਲ ਦੇ ਵਿੱਚ ਲਿਖਿਆ ਤੁਸੀਂ ਨਿਆਂ ਕਰਨ ਵਾਲੇ ਨਹੀਂ। ਅਸੀਂ ਕਿਸੇ ਦਾ ਨਿਆਂ ਨਹੀਂ ਕਰ ਸਕਦੇ, ਪਰ ਜੋ ਵੀ ਪਰਮੇਸ਼ਰ ਦੀ ਇਹ ਮਰਜ਼ੀ ਆ, ਜੋ ਵੀ ਪਰਮੇਸ਼ਰ ਨੇ ਤੁਹਾਨੂੰ ਆਗੂਆ ਦੇ ਦਿੱਤਾ ਵਾ, ਉਸ ਆਗੂਏ ਦੀ ਆਖਿਆਕਾਰੀ ਕਰਨਾ ਸਾਡਾ ਫਰਜ਼ ਆ। ਜੋ ਤੁਹਾਨੂੰ ਉਹ ਸਿੱਖਿਆ ਦੇ ਰਿਹਾ, ਉਹ ਸਿੱਖਿਆ ਦੇ ਅਨੁਸਾਰ ਚੱਲੋ। ਅਗਰ ਸਹੀ ਸਿੱਖਿਆ ਦੇਵੇਗਾ ਤੇ ਉਹਨੂੰ ਪਰਮੇਸ਼ਰ ਨੇ ਗਾਂ ਉਹ ਤੋਂ ਲੇਖਾ ਲੈਣਾ। ਉਹ ਸਹੀ ਸਿੱਖਿਆ ਦੇ ਰਿਹਾ, ਗਲਤ ਦੇ ਰਿਹਾ, ਪਰ ਤੁਸੀਂ ਉਹਦੀ ਸਿੱਖਿਆ ਨਾਲ ਚੱਲ ਰਹੇ ਆ, ਪ੍ਰਭੂ ਤੁਹਾਨੂੰ ਬਲੈਸ ਕਰੇਗਾ। ਆਮੀਨ। ਅੱਗੇ ਲਿਖਿਆ ਕਿ ਯਿਸੂ ਮਸੀਹ ਕੱਲ ਤੇ ਅੱਜ ਤੇ ਜੁਗੋ ਜੁਗ ਇੱਕੋ ਜਿਹਾ ਪਰਮੇਸ਼ਵਰ। ਇਹ ਨਹੀਂ ਕਿ ਪ੍ਰਭੂ ਕੱਲ ਕੁਛ ਹੋਰ ਕਹਿੰਦਾ ਸੀ, ਅੱਜ ਕੁਛ ਹੋਰ ਕਹਿੰਦਾ ਵਾ। ਜੋ ਭਵਿੱਖਬਾਣੀਆਂ ਪਹਿਲਾਂ ਸੀ, ਅੱਜ ਵੀ ਉਹੀ ਭਵਿੱਖਬਾਣੀਆਂ ਵਾ। ਇਹ ਨਹੀਂ ਹੈਗਾ ਕਿ ਅੱਜ ਭਵਿੱਖਬਾਣੀਆਂ ਵੀ ਚੇਂਜ ਹੋ ਗਈਆਂ, ਅੱਜ ਦੇ ਬਚਨ ਵੀ ਚੇਂਜ ਹੋ ਗਏ, ਅੱਜ ਦਾ ਮੈਸੇਜ ਵੀ ਚੇਂਜ ਹੋ ਗਿਆ, ਅੱਜ ਦੇ ਸ਼ਬਦਾਂ ਦੇ ਅਰਥ ਵੀ ਹੋਰ ਤਰੀਕੇ ਨਾਲ ਨਿਕਲੇ। ਨਹੀਂ, ਜੋ ਯਿਸੂ ਮਸੀਹ ਨੇ ਅੱਜ ਤੋਂ 2021 ਸਾਲ ਪਹਿਲਾਂ ਗੱਲ ਆਖੀ ਸੀ, ਜੇ ਪ੍ਰਭੂ ਨੇ ਉੱਥੇ ਆਖਿਆ ਸੀ ਤੂੰ ਆਪਣੇ ਭਰਾ ਦੇ ਨਾਲ ਪ੍ਰੇਮ ਕਰਨਾ ਵਾ, ਜੇ ਉਦੋਂ ਬਾਅਦ ਚ ਆ ਕੇ ਭੇਡ ਚੜਾਉਣੀ ਆ, ਅੱਜ ਵੀ ਸਾਡੇ ਲਈ ਉਹ ਹੁਕਮ ਜ਼ਰੂਰੀ ਆ। ਇਹ ਨਹੀਂ ਹੈਗਾ ਕਿ ਉਹ ਹੁਕਮ ਉਦੋਂ ਸੀ, ਅੱਜ ਹੁਕਮ ਕੀ ਹੋ ਗਿਆ, ਉਹ ਖਤਮ ਹੋ ਗਿਆ। ਨਹੀਂ, ਜੋ ਯਿਸੂ ਮਸੀਹ ਨੇ ਕਿਹਾ ਸੀ, ਜੇ ਪਾਪ ਆ, ਜਿਹੜੀ ਗੱਲ ਪਾਪ ਆ, ਇੱਥੇ ਤੱਕ ਲਿਖਿਆ ਜੇ ਤੂੰ ਮਨ ਦੇ ਵਿੱਚ ਵੀ ਸੋਚ ਲਿਆ ਤੂੰ ਪਾਪ ਕਰ ਲਿਆ ਵਾ, ਉਹ ਅੱਜ ਵੀ ਹੁਕਮ ਸਾਡੇ ਤੇ ਲਾਗੂ ਆ। ਜੋ ਯਿਸੂ ਮਸੀਹ ਨੇ ਅੱਜ ਤੋਂ ਪਹਿਲਾਂ ਕਿਹਾ, ਜੋ ਸ਼ੁਰੂ ਤੋਂ ਕਿਹਾ, ਜਿਵੇਂ ਪਰਮੇਸ਼ਰ ਨੇ ਕਿਹਾ ਤੁਸੀਂ ਕੀ ਨਹੀਂ ਕਰਨਾ? ਕਿਸੇ ਵੀ ਚੀਜ਼ ਦਾ ਲਾਲਚ ਨਹੀਂ ਕਰਨਾ। ਅਗਰ ਅੱਜ ਵੀ ਅਸੀਂ ਲਾਲਚ ਕਰਦੇ ਹਾਂ ਤੇ ਅਸੀਂ ਪਰਮੇਸ਼ਰ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਕੀ ਇੱਕ ਗੁਨਾਹਗਾਰ ਹਾਂ, ਅਸੀਂ ਇੱਕ ਪਾਪੀ ਹਾਂ, ਕਿ ਅਸੀਂ ਸਜ਼ਾ ਦੇ ਲਾਇਕ ਹਾਂ। ਤੇ ਇਸੇ ਤਰ੍ਹਾਂ ਅਸੀਂ ਰੰਗ ਬਰੰਗੀਆਂ ਉਪਰੀਆਂ ਅਲੱਗ-ਅਲੱਗ ਸਿੱਖਿਆ ਦੇ ਵਿੱਚ ਨਹੀਂ ਫਸਣਾ ਕਿ ਅਸੀਂ ਉਹਦੇ ਕੋਲੋਂ ਹੁਣ ਇੱਕ ਵਚਨ ਨੂੰ ਤੁਸੀਂ ਇਹਦੇ ਅਰਥ ਕਰੋਗੇ, ਤੁਸੀਂ ਅਲੱਗ ਤਰੀਕੇ ਨਾਲ ਕਰੋਗੇ, ਹੋਰ ਰੱਬ ਦਾ ਦਾਸ ਕਰੇਗਾ ਉਹ ਅਲੱਗ ਤਰੀਕੇ ਨਾਲ ਇਹਦੇ ਅਰਥ ਕੱਢੇਗਾ, ਤੀਸਰਾ ਰੱਬ ਦੇ ਦਾਸ ਤੋਂ ਇਹੀ ਵਚਨ ਸੁਣ ਲਓ, ਉਹ ਅਲੱਗ ਤਰੀਕੇ ਨਾਲ ਸਿਖਾਵੇਗਾ। ਅਗਰ ਇਹਦੇ 20 ਬੰਦੇ ਵੀ ਇਸ ਵਚਨ ਦਾ ਪ੍ਰਚਾਰ ਕਰਨਗੇ, ਅਲੱਗ-ਅਲੱਗ ਤਰੀਕੇ ਨਾਲ ਹੋਵੇਗਾ। ਪਰ ਪਰਮੇਸ਼ਰ ਆਪਣੇ ਤਰੀਕੇ ਨਾਲ, ਜੋ ਪਰਮੇਸ਼ਰ ਨੇ ਜੋ ਮੈਨੂੰ ਸਿਖਾਇਆ ਉਹ ਮੈਂ ਤੁਹਾਨੂੰ ਸਿਖਾ ਰਿਹਾ ਵਾਂ, ਤੇ ਜੋ ਹੋ ਸਕਦਾ ਤੁਸੀਂ ਹੋਰ ਵੀ ਕਈਆਂ ਕੋਲੋਂ ਇਸ ਵਚਨ ਨੂੰ ਸੁਣਿਆ ਹੋਵੇਗਾ, ਉਹ ਆਪਣੇ ਤਰੀਕੇ ਦੇ ਨਾਲ ਸਿਖਾਵੇਗਾ। ਇਸੇ ਤਰ੍ਹਾਂ ਅਸੀਂ ਉਪਰੀਆਂ ਸਿੱਖਿਆ ਦੇ ਨਾਲ ਕੀ ਨਹੀਂ ਕਰਨਾਗਾ, ਆਪਣੇ ਆਪ ਕਿਤੇ ਭਰਮਾਏ ਨਾ ਜਾਈਏ। ਸਾਨੂੰ ਇਹ ਨਾ ਪਤਾ ਲੱਗੇ ਕਿ ਸਹੀ ਪ੍ਰਚਾਰ ਕਿਹਨੇ ਕੀਤਾ ਤੇ ਗਲਤ ਪ੍ਰਚਾਰ ਕਿਹਨੇ ਕੀਤਾ। ਜੋ ਵੀ ਸਾਡਾ ਆਗੂਆ ਜੋ ਸਾਨੂੰ ਸਿਖਾ ਰਿਹਾ ਬਸ ਸਹੀ ਆ, ਉਹਦੇ ਅਨੁਸਾਰ ਚੱਲੋ, ਤੇ ਉਹਦਾ ਲੇਖਾ ਕਿਹਨੇ ਲੈਣਾ? ਪਰਮੇਸ਼ਰ ਨੇ ਲੈਣਾ। ਪਰਮੇਸ਼ਰ ਆਗੂਏ ਕੋਲੋਂ ਵੀ ਲੇਖਾ ਲਵੇਗਾ, ਤੁਹਾਡਾ ਲੇਖਾ ਵੀ ਪਰਮੇਸ਼ਰ ਨੇ ਆਗੂਏ ਤੋਂ ਹੀ ਲੈਣਾ ਵਾ। ਆਮੀਨ। ਅੱਗੇ ਅਸੀਂ ਇਹਦੇ ਵਿੱਚ ਪੜ੍ਹਿਆ ਸੀ, ਜੋ ਵੀ ਅਸੀਂ ਬਲੀਦਾਨ ਚੜਾਉਣੇ, ਕਿੱਦਾਂ ਦੇ ਬਲੀਦਾਨ ਚੜਾਉਣੇ ਆ, ਉਹਦੇ ਬਾਰੇ ਤੁਸੀਂ ਸਿੱਖਿਆ। ਜੇ ਉਹਨੂੰ ਤੁਸੀਂ ਪੜ੍ਹੋਗੇ, ਹੁਣ ਜ਼ਿਆਦਾ ਸਮਾਂ ਨਹੀਂ, ਜੇ ਸਾਰੇ ਵਚਨ ਨੂੰ ਪੜ੍ਹਾਈਏ ਬਹੁਤ ਸਮਾਂ ਲੱਗ ਜਾਏਗਾ। ਤੇ ਅੱਜ ਸਾਡਾ ਬਲੀਦਾਨ ਕੀ ਆ, ਜਿਹਦੋਂ ਪਰਮੇਸ਼ਰ ਨੇ ਸਾਨੂੰ ਕਿਹਾ 15 ਵਚਨ ਦੇ ਵਿੱਚ ਅਸੀਂ ਉਸਤਤ ਕਰਨੀ ਆ ਪਰਮੇਸ਼ਰ ਦੀ, ਤੇ ਆਪਣੇ ਬੁੱਲਾਂ ਨਾਲ ਜਿਹੜੇ ਉਹਨੂੰ ਮੰਨ ਲੈਂਦੇ ਆ, ਪਰਮੇਸ਼ਰ ਦੇ ਅੱਗੇ ਸਦਾ ਅਸੀਂ ਇੱਕ ਹੀ ਧੰਨਵਾਦ ਚੜਾਉਣਾ ਵਾ, ਤੇ ਭਲਾ ਕਰਨੋਂ ਨਹੀਂ ਰੁਕਣਾਗਾ, ਉਪਕਾਰ ਕਰਦੇ ਰਹਿਣਾ ਵਾ। ਇਹਨਾਂ ਬਲੀਦਾਨਾਂ ਤੋਂ ਪਰਮੇਸ਼ਰ ਹਮੇਸ਼ਾ ਪ੍ਰਸੰਨ ਹੁੰਦਾ। ਆਮੀਨ, ਹਾਲੇਲੂਇਆ। ਤੇ ਪਰਮੇਸ਼ਰ ਦੀ ਇੱਛਾ ਕੀ ਆ? ਹਰੇਕ ਭਲੇ ਕੰਮ ਦੇ ਵਿੱਚ ਅਸੀਂ ਸੰਪੂਰਨ ਹੋ ਜਾਈਏ। ਪਰਮੇਸ਼ਰ ਦੇ ਭਲੇ ਕੰਮ ਕੀ ਆ, ਉਹਦੇ ਬਾਰੇ ਤੁਹਾਨੂੰ ਫੇਰ ਸਿਖਾਵਾਂਗੇ। ਆਮੀਨ। ਤੇ ਉਹਦੀ ਇੱਛਾ ਕੀ ਆ, ਅੱਜ ਤੁਹਾਨੂੰ ਕੁਛ ਦੱਸਿਆ, ਤੇ ਕੁਛ ਪਿਛਲੇ ਹਫ਼ਤੇ ਤੁਹਾਨੂੰ ਦੱਸਿਆ ਸੀ ਕਿ ਪਰਮੇਸ਼ਰ ਦੀ ਇੱਛਾ ਕੀ ਆ, ਪਰਮੇਸ਼ਰ ਕੀ ਚਾਹੁੰਦਾ। 3 ਪੁਆਇੰਟ ਦੱਸੇ ਸੀਗੇ ਕਿ ਇੱਕ ਵਿਸ਼ਵਾਸੀ ਆ ਸਦਾ ਆਨੰਦ ਰਹਿਣਾ ਚਾਹੀਦਾ, ਵਿਸ਼ਵਾਸੀ ਨੂੰ ਇੱਕ ਦਿਨ ਨਹੀਂ ਪ੍ਰਾਰਥਨਾ, ਸਦਾ ਲਈ ਪ੍ਰਾਰਥਨਾ ਕਰਨੀ ਚਾਹੀਦੀ ਆ। ਤੀਸਰਾ ਪੁਆਇੰਟ ਹੋਰ ਸਿਖਾਇਆ ਸੀਗਾ, ਹਮੇਸ਼ਾ ਧੰਨਵਾਦ ਕਰਦੇ ਰਹਿਣਾ, ਸਦਾ ਹੀ ਧੰਨਵਾਦ ਕਰਦੇ ਰਹਿਣਾ। ਪਰਮੇਸ਼ਰ ਦੀ ਇਹੀ ਇੱਛਾ ਵਾ। ਅੱਗੇ ਲਿਖਿਆ, ਉਹਦੀ ਇੱਛਾ ਨੂੰ ਪੂਰਾ ਕਰੋ ਜੋ ਉਹਨੂੰ ਪਾਉਂਦਾ। ਜਿਹੜਾ ਪਰਮੇਸ਼ਰ ਨੂੰ ਚੰਗਾ ਲੱਗਦਾ ਉਦਾਂ ਦੇ ਕੰਮ ਕਰੋ। ਸੋਚਿਆ ਕਰੋ ਕਿ ਆਹ ਕੰਮ ਮੈਂ ਕਰਨ ਲੱਗਾ ਪਰਮੇਸ਼ਰ ਨੂੰ ਚੰਗਾ ਲੱਗੇਗਾ।
ਇਸੇ ਤਰ੍ਹਾਂ ਅੱਗੇ ਕੀ ਲਿਖਿਆ ਵਾ, ਤੇ ਯਿਸੂ ਮਸੀਹ ਦੇ ਰਾਹੀਂ ਕਰੇ ਤੇ ਜਿਹਦੀ ਵਡਿਆਈ ਜੁਗਣ ਜੁਗਣ ਹੁੰਦੀ ਰਵੇ। ਪਰਮੇਸ਼ਰ ਦੀ ਵਡਿਆਈ ਜੁਗਣ ਜੁਗਣ ਹੁੰਦੀ ਰਵੇ। ਇੰਨੇ ਬਚਨ ਦੇ ਖੁਦਾ ਤੁਹਾਨੂੰ ਆਸ਼ੀਸ਼ ਦੇਵੇ। ਇਹਨਾਂ ਪੁਆਇੰਟਾਂ ਨੂੰ ਨੋਟ ਕਰਨਾ। ਮੈਂ ਤਾਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰੂੰਗਾ, ਇਸ ਬਚਨ ਨੂੰ ਫਿਰ ਪ੍ਰਾਰਥਨਾ ਕਰੋ, ਪ੍ਰਾਰਥਨਾ ਕਰਕੇ ਪੜੋ ਤੇ ਪਰਮੇਸ਼ਰ ਖੁਦ ਤੁਹਾਡੇ ਨਾਲ ਗੱਲਬਾਤ ਕਰੇਗਾ। ਕਿਸੇ ਤੇ ਵੀ ਨਿਰਭਰ ਨਾ ਹੋ। ਜੋ ਪਰਮੇਸ਼ਰ ਦੇ ਦਾਸ ਨੇ ਸਿਖਾਇਆ ਉਹਨੂੰ ਨੋਟ ਕਰ ਲਿਆ। ਅੱਜ ਜਾ ਕੇ ਇਸ ਅਧਿਆਏ ਨੂੰ ਪੜੋ। ਇਹਨੂੰ ਘੱਟ ਤੋਂ ਘੱਟ 3 ਵਾਰੀ ਪੜੋ। ਪਰਮੇਸ਼ਰ ਤੁਹਾਨੂੰ ਇਸ ਅਧਿਆਏ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਸਿਖਾਵੇਗਾ। ਪਰਮੇਸ਼ਰ ਆਪਣੇ ਤਰੀਕੇ ਨਾਲ ਗੱਲਬਾਤ ਕਰੇਗਾ। ਪਰਮੇਸ਼ਰ ਤੁਹਾਨੂੰ ਹੋਰ ਵੀ ਪੁਆਇੰਟ ਦੇ ਸਕਦਾ ਵਾ। ਇਸੇ ਲਈ ਇੱਕ ਵਿਸ਼ਵਾਸੀ ਦਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ? ਪਹਿਲੀ ਗੱਲ, ਉਹਦੇ ਜੀਵਨ 'ਚ ਪ੍ਰੇਮ ਹੋਣਾ ਚਾਹੀਦਾ। ਦੂਸਰੀ ਗੱਲ, ਉਹ ਪ੍ਰਾਹੁਣਚਾਰੀ ਮੱਥੇ ਤੇ ਵੱਟ ਪਾਏ ਬਿਨਾਂ ਕਰਨੀ ਆ। ਤੀਸਰੀ ਗੱਲ, ਜੋ ਕੈਦ ਦੇ ਵਿੱਚ ਉਹਨਾਂ ਨੂੰ ਛਡਾਉਣਾ। ਚੌਥੀ ਗੱਲ, ਜੋ ਵਿਆਹ ਵਾ ਬਾਈਬਲ ਮੁਤਾਬਕ ਹੋਣਾ ਚਾਹੀਦਾ ਵਾ। ਪੰਜਵੀਂ ਗੱਲ, ਉਹ ਲੋਭ ਤੋਂ ਰਹਿਤ ਹੋਣਾ ਚਾਹੀਦਾ ਵਾ। ਤੇ ਅੱਗੇ ਹੈਗਾ ਆਪਣੇ ਆਗੂਆਂ ਦੀ ਆਗਿਆਕਾਰੀ ਕਰਨੀ ਆ। ਆਗਿਆਕਾਰੀ ਕਰਨੀ ਆ। ਅੱਗੇ ਲਿਖਿਆ, ਅਸੀਂ ਜੋ ਵੀ ਭੇਟ ਚੜਾਉਣੀ ਆ, ਜੋ ਵੀ ਚਰਚ ਦੇ ਵਿੱਚ ਚੜਾਵਾ ਚੜਾਉਣਾ, ਅਸੀਂ ਕਿਹੜਾ ਚੜਾਵਾ ਚੜਾਉਣਾ ਵਾ ਉਹਦੇ ਬਾਰੇ ਤੁਹਾਨੂੰ ਅੱਜ ਦੱਸਿਆ ਵਾ। ਸਤੂਤੀ, ਤਾਰੀਫ, ਬਲੀਦਾਨ ਦਾ ਚੜਾਵਾ ਚੜਾਉਣਾ ਜ਼ਿਆਦਾ ਤੋਂ ਜ਼ਿਆਦਾ। ਤੇ ਅੱਗੇ ਲਿਖਿਆ, ਅਸੀਂ ਭਲੇ ਕੰਮ ਕਰਨ ਤੋਂ ਕਦੇ ਵੀ ਕੀ ਨਹੀਂ ਕਰਨਾ, ਅੱਕਣਾ ਨਹੀਂ। ਇੰਨਾ ਟਾਈਮ ਹੋ ਗਿਆ ਸਾਨੂੰ ਪ੍ਰਾਰਥਨਾ ਕਰਦਿਆਂ, ਇੰਨਾ ਟਾਈਮ ਹੋ ਗਿਆ ਉਹ ਕਰਦਿਆਂ ਨੂੰ, ਜੇ ਕਰਦਿਆਂ ਨੂੰ, ਕਦੇ ਵੀ ਅੱਕਣਾ ਨਹੀਂ। ਤੇ ਅੱਗੇ ਲਿਖਿਆ, ਅਸੀਂ ਹਰੇਕ ਭਲੇ ਕੰਮ ਨੂੰ ਕਰਨਾ ਵਾ ਤੇ ਪਰਮੇਸ਼ਰ ਦੀ ਇਹੀ ਹਿੱਸਾ ਵਾ। ਤੇ ਪਰਮੇਸ਼ਰ ਤੁਹਾਨੂੰ ਬਲੈਸ ਕਰੇ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਕਰੀਏ। ਸਰਬ ਸ਼ਕਤੀਮਾਨ ਸੱਚੇ ਤੇ ਜਿਉਂਦੇ ਪਰਮੇਸ਼ਰ, ਦਿਆਲੂ ਤੇ ਕਿਰਪਾਲੂ, ਮੈਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦਾ। ਖਾਸ ਕਰਕੇ ਪ੍ਰਭੂ, ਜਿੰਨਾ ਸਮਾਂ ਲੱਗਾ ਤੁਹਾਡੇ ਸਵਰਗ ਦੇ ਵਿੱਚ ਗ੍ਰਹਿਣ ਹੋਵੇ, ਜਿੰਨੇ ਵੀ ਭੈਣ ਪ੍ਰਭੂ ਇਸ ਸੰਦੇਸ਼ ਨੂੰ ਸੁਣਨ, ਇਹ ਵਚਨ ਜਿਨ੍ਹਾਂ ਦੇ ਵੀ ਘਰਾਂ ਦੇ ਵਿੱਚ ਜਾਏ, ਪਰਮੇਸ਼ਰ ਤੋਂ ਵਾਅਦਾ ਕੀਤਾ ਮੈਂ ਆਪਣਾ ਵਚਨ ਘੱਲ ਕੇ ਚੰਗਾ ਕਰਾਂਗਾ। ਤੁਹਾਡੇ ਵਚਨ ਦੇ ਵਿੱਚ ਲਿਖਿਆ, ਵਿਸ਼ਵਾਸ ਕਰਨ ਵਾਲਿਆਂ ਨਾਲ ਚਿੰਨ ਹੋਣਗੇ। ਪ੍ਰਭੂ, ਮੈਂ ਵਿਸ਼ਵਾਸ ਕਰਦਾ, ਜੋ ਵੀ ਕੋਈ ਭੈਣ, ਕੋਈ ਭਾਈ, ਕੋਈ ਬੱਚਾ, ਕੋਈ ਬੇਟਾ, ਜੋ ਵੀ ਇਸ ਸੰਦੇਸ਼ ਨੂੰ ਸੁਣੇ, ਪ੍ਰਭੂ ਉਹਦਾ ਖਾਨਦਾਨ, ਉਹਦਾ ਪਰਿਵਾਰ, ਉਹਦਾ ਮੁਹੱਲਾ, ਉਹਦਾ ਨਗਰ ਆਸ਼ੀਸ਼ ਪਾ ਜਾਏ। ਪ੍ਰਭੂ, ਮੈਂ ਪ੍ਰਾਰਥਨਾ ਕਰਦਾ, ਪੈਰਾਂ ਦੀ ਤਲੀ ਤੋਂ ਲੈ ਕੇ ਸਿਰ ਦੀ ਚੁੱਟੀ ਤੱਕ ਹਰੇਕ ਰੋਗ, ਹਰ ਬੰਧਨ, ਹਰ ਸ਼ਰਾਪ ਟੁੱਟ ਜਾਣ, ਆਸ਼ੀਸ਼ ਬਰਕਤ ਮਿਲੇ। ਖਾਸ ਕਰਕੇ ਪ੍ਰਭੂ, ਅੱਜ ਬਹੁਤ ਸਾਰੇ ਲੋਕ ਮਹਾਮਾਰੀ ਦੇ ਕਾਰਨ ਡਰੇ ਹੋਇਆ। ਸਾਰੀ ਕਰੋਨਾ ਦੀ ਗੰਦੀ ਬਿਮਾਰੀ ਇਹਨਾਂ ਦੀ ਜ਼ਿੰਦਗੀਆਂ, ਜੀਵਨਾਂ ਨੂੰ ਛੱਡ ਕੇ ਜਾਏ। ਪਰਮੇਸ਼ਰ, ਖਾਸ ਕਰਕੇ ਜਿੰਨਾ ਸਮਾਂ ਲੱਗਾ ਤੁਹਾਡੇ ਸਵਰਗ ਦੇ ਵਿੱਚ ਗ੍ਰਹਿਣ ਹੋਵੇ। ਪ੍ਰਭੂ, ਜੋ ਵੀ ਇਸ ਬੱਚਨ ਨੂੰ, ਇਸ ਸੰਦੇਸ਼ ਨੂੰ ਸੁਣੇ, ਉਹ ਆਸ਼ੀਸ਼ ਬਰਕਤ ਪਾਏ। ਜੋ ਮੰਗਿਆ ਕਰ ਦਿੱਤਾ, ਪ੍ਰਭੂ ਯਿਸੂ ਮਸੀਹ ਦਾ ਨਾਮ ਲਿਖਣਾ। ਆਮੀਨ। ਹੁਣ ਪਿਤਾ ਪਰਮੇਸ਼ਰ ਦਾ ਪ੍ਰੇਮ, ਪਵਿੱਤਰ ਆਤਮਾ ਦੀ ਸੰਗਤ, ਤਮਾਮ ਦਾਸਾਂ ਦਾਸੀਆਂ ਨਾਲ, ਯਿਸੂ ਮਸੀਹ ਦੇ ਸੰਤਾਂ ਸੇਵਕਾਂ ਨਾਲ, ਪ੍ਰਭੂ ਯਿਸੂ ਮਸੀਹ ਦੀ ਦੂਸਰੇ ਆਗਮਨ ਤੱਕ ਹਮੇਸ਼ਾ ਹਮੇਸ਼ਾ ਲਈ ਸੰਗਤੀ ਹੁੰਦੀ ਰਹੇ। ਆਮੀਨ। ਆਪਣੇ ਹੱਥ ਉਠਾ ਕੇ ਬੋਲਾਂਗੇ, ਹਾਲੇਲੂਇਆ, 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 ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਪਰਮੇਸ਼ਰ ਤੁਹਾਨੂੰ ਬਲੈਸ ਕਰੇ, ਪਰਮੇਸ਼ਰ ਤੁਹਾਨੂੰ ਸੰਭਾਲ ਕੇ ਰੱਖੇ। ਮੈਂ ਆਸ ਕਰਦਾ ਤੁਸੀਂ ਆਪਣੇ ਘਰਾਂ ਦੇ ਵਿੱਚ ਸਭ ਠੀਕ ਠਾਕ ਹੋ। ਤੇ ਮੈਂ ਆਸ ਕਰਦਾ ਜਦੋਂ ਵੀ ਸਾਨੂੰ ਖੁਦਾ ਮਿਲਾਵੇਗਾ, ਮੈਂ ਤੁਹਾਨੂੰ ਹਰ ਇੱਕ ਨੂੰ ਆਸ਼ੀਸ਼ ਔਰ ਬਰਕਤ ਪਾਏ ਹੋਏ ਦੇਖਾਂਗੇ। ਇਹਨਾਂ ਦਿਨਾਂ ਦੇ ਵਿੱਚ ਬੜੀਆਂ ਗਵਾਹੀਆਂ ਆ ਰਹੀਆਂ ਵਾ। ਇੱਕ ਭੈਣ ਸੀਗੀ ਤੇ ਉਹਨੂੰ ਕਰੋਨਾ ਦੇ ਵਿੱਚ ਸੀ, ਤੇ ਪਰ ਪਰਮੇਸ਼ਰ ਦੇ ਉੱਤੇ ਉਹਨੇ ਵਿਸ਼ਵਾਸ ਕੀਤਾ ਤੇ ਪਰਮੇਸ਼ਰ ਨੇ ਉਹਨੂੰ ਛੁਟਕਾਰਾ ਦਿੱਤਾ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗਵਾਹੀਆਂ ਵਾ ਪਿਛਲੇ ਦਿਨਾਂ ਦੇ ਵਿੱਚ। ਪਰਮੇਸ਼ਰ ਨੇ ਸਾਨੂੰ ਸੰਭਾਲ ਕੇ ਰੱਖਿਆ। ਸਾਰੀਆਂ ਗੱਲਾਂ ਲਈ ਇਸ ਪਰਮੇਸ਼ਰ ਧੰਨਵਾਦ ਕਰਦੇ ਹਾਂ। ਓਕੇ, ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ।